Uh, praise the Lord, House of Glory Church. ਜੈ ਮਸੀਹ ਸਾਰੇ ਕਲੀਸਿਆ ਨੂੰ ਹਾਊਸ ਆਫ ਗਲੋਰੀ ਚਰਚ ਸਾਈਪਰਸ ਦੇ ਵਿੱਚ। Today we are going to do a stage 4 subject, ਅੱਜ ਅਸੀਂ ਚੌਥੇ ਸਟੇਜ ਦਾ ਪ੍ਰਚਾਰ ਕਰਨਾ ਤੁਹਾਨੂੰ। and the name of the subject is evangelism. ਅੱਜ ਹੈਗਾ ਆ ਖਾਸ ਜਿਹੜਾ ਸਟੱਡੀ ਅਸੀਂ ਕਰਨਾ ਹੈਗਾ ਆ ਇਵਾਂਜਲਿਜ਼ਮ। First of all, I want to say that the word evangelism in Greek, ਜਿਹੜਾ ਇਹ ਇਵਾਂਜਲਿਜ਼ਮ ਦਾ ਲਫ਼ਜ਼ ਆ ਇਹ ਗ੍ਰੀਕ ਭਾਸ਼ਾ 'ਚ it's euangelion, ਇਓਐਂਗੇਲੀਅਨ and you have to break it down, and that is EU. ਇਹ ਦੋਗੁਣੀ ਕਰਨਾ ਪੈਂਦਾ ਇਹਨੂੰ ਤੋੜ ਕੇ। ਪਹਿਲਾ ਜਿਹੜਾ ਹਿੱਸਾ ਆ EU, The meaning of this is good, ਇਹਦਾ ਮਤਲਬ ਅੱਛਾ ਚੰਗਾ। and angelion, ਅੰਗੇਲੀਅਨ ਇਹ ਤੋਂ ਮਗਰੋਂ which means I bring a message, ਵੀ ਮੈਂ ਥੱਲੇ ਇੱਕ ਕੋਈ ਮੈਸੇਜ ਲੈ ਕੇ ਆ ਰਿਹਾ ਆ। or in other words, I am Khabar. a messenger. ਮੈਸੇਂਜਰ ਜਿੱਦਾਂ ਕੋਈ ਖਬਰ ਲੈ ਕੇ ਆ ਰਿਹਾ ਆ। So I am the bearer of the good news. ਮੈਂ ਆ ਰਿਹਾ ਆ ਚੰਗੀ ਖਬਰ ਲੈ ਕੇ ਤੁਹਾਡੇ ਕੋਲ। Hallelujah. ਹਾਲੇਲੂਇਆ। Evangelism has to be actually what I live, and it has to be a lifestyle. ਇਹ ਜਿਹੜਾ ਚੰਗੀ ਖਬਰ ਦਾ ਅਸੀਂ ਇਵੈਂਜਲਿਜ਼ਮ ਜਿੱਦਾਂ ਅਸੀਂ ਬੋਲਦੇ ਆ, ਇਹ ਇਕੱਲਾ ਸਿਰਫ ਤੁਹਾਨੂੰ ਇਹ ਸੁਨੇਹਾ ਨਹੀਂ ਦੇਣ ਆ ਰਹੇ, ਪਰ ਜਿੱਦਾਂ ਅਸੀਂ ਆਪਣੇ ਆਪ 'ਚ ਜੀਂਦੇ ਵੀ ਆ। And in English, the word is gospel, ਅੰਗਰੇਜ਼ੀ ਦੇ ਵਿੱਚ ਇਹ ਬੋਲਿਆ ਜਾਂਦਾ ਆ ਗੋਸਪਲ। which means good news. ਇਹਦਾ ਮਤਲਬ ਵੀ ਚੰਗੀ ਖਬਰ, ਗੁੱਡ ਨਿਊਜ਼। In other words, I am the bearer of the good news. ਵੀ ਮੈਂ ਚੰਗੀ ਖਬਰ ਲੈ ਕੇ ਆਉਣ ਵਾਲਾ ਆ। I am the euangelion. ਮੈਂ ਹੈਗਾ ਆ ਇਓਐਂਗੇਲੀਅਨ ਲੈ ਕੇ ਆਉਣ ਵਾਲਾ। In the Old Testament, we will see that God was an evangelist. ਪੁਰਾਣੇ ਨੇਮ 'ਚ ਅਸੀਂ ਦੇਖੇ ਜਾਓਗੇ ਜਦੋਂ ਇਹ ਨਬੀਆਂ ਦਾਸਾਂ ਨਾਲ ਗੱਲ ਕਰ ਰਿਹਾ ਸੀ, ਇਹ ਰੱਬ ਆਪ ਵੀ ਇਵਾਂਜੇਲੀਅਨ ਸੀ ਤਾਂ ਇਵੈਂਜਲਿਸਟ ਆਪ ਵੀ ਸੀ। And God preached Jesus, God the Father preached Jesus in the Old Testament. ਸਾਡੇ ਪਵਿੱਤਰ ਬਾਪ ਨੇ ਪੁਰਾਣੇ ਨੇਮ 'ਚ ਵੀ ਯਿਸੂ ਮਸੀਹ ਦਾ ਨਾਂ ਹੀ ਪ੍ਰਚਾਰ ਕੀਤਾ ਸੀ। God the Father was the first evangelist. ਸਾਡਾ ਪਵਿੱਤਰ ਬਾਪ ਜਿਹੜਾ ਉਹੀ ਪਹਿਲਾ ਪ੍ਰਚਾਰ ਗਿਆਨ ਕਰਨ ਵਾਲਾ ਸੀ। You might think it was John the Baptist. ਤੁਸੀਂ ਸ਼ਾਇਦ ਸੋਚਦੇ ਹੋਵੋਗੇ ਵੀ ਜੌਨਾ ਸੀ। You might think that the lady at the well was the first evangelist. ਜਿਹੜੀ ਔਰਤ ਖੂਹ ਦੇ ਨਾਲ ਸੀ ਯਿਸੂ ਮਸੀਹ ਨੂੰ ਸੈਰਮੈਰਟਨ ਜਿਹੜੀ ਸੀ ਮਿਲੀ ਸੀ, ਉਹ ਵੀ ਨਹੀਂ ਸੀ। But it was God the Father who was the first evangelist. ਪਰ ਇਹ ਸਾਡਾ ਪਵਿੱਤਰ ਬਾਪ ਸੀ, ਇਹੀ ਸ਼ਰਾਵਤ ਸੀ। We will look at Genesis chapter 3 verse 15. ਅਸੀਂ ਅੱਜ ਦੇਖਾਂਗੇ ਪਹਿਲੀ ਬਾਈਬਲ ਦੀ ਕਿਤਾਬ ਦੇ ਵਿੱਚ 3:15 'ਚ। हाँ, पहली बाइबल का किताब का नाम है उत्पत्ति, पंजाबी विच। हालेलुया। जेनेसिस उत्पत्ति का 3:15, I will put enmity ਮੈਂ ਤੁਹਾਡੇ ਵਿੱਚ ਨਿਬ between you and the woman, ਤੁਹਾਡੇ ਤਾਂ ਔਰਤ ਦੇ ਨਾਲ, and between your seed ਵੀ ਇਹਦੇ ਫਲ ਦੇ ਨਾਲ and her seed. ਤਾਂ ਉਹਦੇ ਫਲ ਦੇ ਨਾਲ। He shall bruise your head, ਇਹ ਤੇਰੇ ਮੱਥੇ ਤੇ ਸੱਟ ਲਵਾਊਗਾ and you shall only bruise his heel. ਤਾਂ ਉਹਦੇ ਪੈਰ ਤੇ ਸੱਟ ਲੱਗੂਗੀ। This is the first time Jesus is mentioned by God to Satan. ਇਹ ਪਹਿਲੀ ਵਾਰੀ ਯਿਸੂ ਮਸੀਹ ਦੇ ਦੱਸਿਆ ਗਿਆ ਸੀ ਸ਼ੈਤਾਨ ਨੂੰ। This is enmity and separation. ਇਹ ਨਿਬ ਤਾਂ ਬਖਰਾਈ। Till the time Jesus was not born, the gap was not closed. ਇਹ ਚੱਲਦਾ ਆਉਂਦਾ ਆ ਸ਼ਰਾਬ ਤੋਂ ਜਦ ਇਹ ਬੰਦੇ ਚੱਲਦੇ ਆਉਂਦੇ ਦੁਨੀਆ 'ਚ, ਜਦ ਤੱਕ ਯਿਸੂ ਮਸੀਹ ਧਰਤੀ ਦੇ ਉੱਪਰ ਨਹੀਂ ਆਇਆ ਸੀ। But when Jesus came, ਪਰ ਜਦੋਂ ਯਿਸੂ ਮਸੀਹ ਆਇਆ, that gap was closed. ਉਹ ਜਿਹੜਾ ਥੈਂ ਸੀ, ਇਹ ਨਿਬ ਸੀ, ਇਹ ਬੰਦ ਹੋ ਗਈ। And his sacrifice ਤਾਂ ਆਪਣੇ ਉਹਨੇ ਜਾਨ ਕੁਰਬਾਨੀ ਦਿੱਤੀ, crushed the heel of the enemy. ਵੀ ਸ਼ੈਤਾਨ ਦਾ ਪੈਰ ਅੱਡਾ ਸਭ ਭੰਨਤਾ ਉਹਨੇ, And death was defeated. ਤਾਂ ਮੌਤ ਖਤਮ ਹੋ ਗਈ ਸੀ ਉਸ ਵੇਲੇ ਉਹਦੇ ਲਈ। Hallelujah. ਹਾਲੇਲੂਇਆ। Then we see Abraham, God also preaching to Abraham. ਤਾਂ ਪੁਰਾਣੇ ਨੇਮ 'ਚ ਅਸੀਂ ਇਹ ਵੀ ਦੇਖ ਸਕਦੇ ਆ ਵੀ ਪਵਿੱਤਰ ਬਾਪ ਨੇ ਇਬਰਾਹਾਮ ਨੂੰ ਕਿੰਨਾ ਕੁਝ ਦੱਸਿਆ ਸੀ ਤੇ ਉਹਨੂੰ ਸੁਣਾਇਆ ਸੀ ਤਾਂ ਆਪਣਾ ਵਚਨ ਉਹਨੂੰ ਦੱਸਿਆ ਸੀ। And we see a very symbolic language. ਅਸੀਂ ਇਹ ਬਹੁਤ ਜਿੱਦਾਂ ਵੀ ਕਹਿੰਦੇ ਆ ਕਿ ਇੱਦਾਂ ਦੀ ਭਾਸ਼ਾ ਦੇਖ ਸਕਦੇ ਆ। And in Genesis chapter 22,
ਜੈਨੇਸਿਸ 22 ਚੈਪਟਰ ਦੇ ਵਿੱਚ verses 1 to 2. ਇਹ 1 ਤੋਂ 2 It says, "Now after these things, ਇਸ ਟਾਈਮ ਤੋਂ ਬਾਅਦ God tested the faith of Abraham." ਰੱਬ ਨੇ ਦੇਖਿਆ Just look there because it's ਰੱਬ ਨੇ busy. ਇਹ ਦੇਖਿਆ ਸੀ ਵੀ ਇਬਰਾਹਿਮ ਕਰਨ ਜੋਗਾ ਹੈਗਾ ਜਾਂ ਨਹੀਂ। And God said to Abraham, ਰੱਬ ਨੇ ਫਿਰ ਉਹਨੂੰ ਮਗਰੋਂ ਕਿਹਾ God said to him, Abraham, ਇਬਰਾਹਿਮ Abraham. And he answered, Here I am. ਉਹ ਬੋਲਦਾ ਹਾਂਜੀ ਰੱਬ ਮੈਂ ਇੱਥੇ ਆ। God said, Take now your son, ਕਹਿੰਦਾ ਆਪਣਾ ਮੁੰਡੇ ਨੂੰ ਲੈ ਕੇ your only son, ਆਪਣਾ ਕੱਲਾ ਮੁੰਡਾ whom you love, ਜਿਹਨੂੰ ਤੂੰ ਪਿਆਰ ਕਰਦਾ Isaac, ਆਈਜ਼ਕ and go to a region of Moriah ਤਾਂ ਇੱਕ ਥੈਂ ਕਿ ਜਾ ਜਿੱਥੇ ਮੈਂ ਤੈਨੂੰ ਭੇਜੂੰਗਾ ਮਰਾਇਆ and offer him there ਤਾਂ ਉੱਥੇ ਇਹਦੀ ਬਲੀ ਦੇ as a burnt sacrifice, or as a burnt offering. ਹਾਂ ਇਹਦੀ ਬਲੀ ਦੇ ਜਲਾ ਕੇ ਇਹਨੂੰ। And then we see here ਅਸੀਂ ਇਹ ਫਿਰ ਇੱਥੇ ਦੇਖ ਰਹੇ ਹਾਂ that God actually did not want Isaac to be killed. ਰੱਬ ਨੇ ਇਹ ਸੀ ਉਹ ਤਾਂ ਚਾਹੁੰਦਾ ਨਹੀਂ ਸੀ ਆਈਜ਼ਕ ਵੀ ਮਰੇ ਪਰ ਦੇਖਣਾ ਚਾਹੁੰਦਾ ਸੀ ਵੀ ਇਬਰਾਹਿਮ ਕਰਨ ਜੋਗਾ ਹੈਗਾ ਜਾਂ ਨਹੀਂ। But God was making Abraham feel ਪਰ ਰੱਬ ਨੇ ਇਬਰਾਹਿਮ ਨੂੰ ਮਹਿਸੂਸ ਕਰਾਇਆ how he was probably feeling to sacrifice his son. ਵੀ ਉਹ ਆਪਣੇ ਆਪ 'ਚ ਕਿੱਦਾਂ ਮਹਿਸੂਸ ਕਰ ਰਿਹਾ ਸੀ ਵੀ ਮੈਂ ਆਪਣਾ ਮੁੰਡਾ ਕਿੱਦਾਂ ਕੁਰਬਾਨ ਕਰਾਂ। Because God wanted to sacrifice actually his son. ਰੱਬ ਨੇ ਇਹ ਚਾਹੁੰਦਾ ਸੀ ਵੀ ਆਪਣਾ ਆਪ ਮੁੰਡਾ ਉਹ ਕੁਰਬਾਨ ਦੇਊਗਾ Which he did ਜਿਹੜਾ ਉਹ ਮਗਰੋਂ ਤੁਸੀਂ ਜਾਣਦੇ ਆ by sending Jesus. ਯਿਸੂ ਮਸੀਹ ਨੂੰ ਭੇਜਣ 'ਚ। Hallelujah. ਆਮੀਨ ਹਾਲੇਲੂਇਆ। We see in Deuteronomy, ਅਸੀਂ ਡਿਟਰੋਨਮੀ 'ਚ ਦੇਖਦੇ ਹਾਂ चौथा बुक, पांचवा बुक पुराना नियम का, ड्यूट्रोनोमी 18, 17 to 19. ਡਿਟਰੋਨਮੀ 18 19 ਤਾਂ 17 The Lord- 18 8 17 ਤੋਂ 19 The Lord said to me, ਰੱਬ ਨੇ ਮੈਨੂੰ ਦੱਸਿਆ to Moses, I mean, ਮੋਸ਼ਾ ਨੂੰ ਬੋਲਿਆ they have spoken well. ਉਹਨਾਂ ਨੇ ਚੰਗਾ ਬੋਲਿਆ I will raise up a prophet among their countrymen ਉਹਨਾਂ ਦੇ ਬੰਦਿਆਂ ਦੇ ਵਿੱਚੋਂ ਮੈਂ ਇੱਕ ਨਬੀ ਚੱਕੂੰਗਾ like you, ਤੇਰੇ ਵਰਗਾ and I will put my words in his mouth, ਤਾਂ ਮੈਂ ਆਪਣੇ ਵਚਨ ਉਹਦੇ ਮੂੰਹ ਦੇ ਵਿੱਚ ਪਾ ਦੂੰਗਾ and he shall speak to them ਤਾਂ ਉਹ ਉਹਨਾਂ ਨੂੰ ਬੋਲੂਗਾ all that I command him. ਜੋ ਮੈਂ ਉਹਨੂੰ ਆਰਡਰ ਦੇਵਾਂਗਾ ਉਹੀ ਅੱਗੇ ਬੋਲੂਗਾ। It shall come about that whoever will not listen to his words, ਤਾਂ ਜਿਹੜਾ ਨਹੀਂ ਉਹਦੀ ਗੱਲ ਸੁਣੂਗਾ that he shall speak, ਵੀ ਉਹ ਜੋ ਬੋਲੂਗਾ I myself will require it of him. In other words, judgment. ਵੀ ਜੋ ਜਿਹੜੇ ਬੰਦਿਆਂ ਨੇ ਨਹੀਂ ਸੁਣਿਆ ਮੈਂ ਜ਼ਰੂਰ ਉਹਨਾਂ ਦੀ ਸ਼ਾਮਤ ਲਵਾਂਗਾ। Now, who was God talking about? ਰੱਬ ਕਿਹੜੇ ਬਾਰੇ ਦੀ ਗੱਲ ਕਰ ਰਿਹਾ ਸੀ? Some people might think it is John the Baptist that God was talking about. ਕੇਵਲ ਇਹ ਸੋਚਿਆ ਜਾਂਦਾ ਆ ਵੀ ਯੋਨਾ ਜਿਹੜਾ ਬਪਤਿਸਮਾ ਆ ਕੇ ਯਿਸੂ ਮਸੀਹ ਤੋਂ ਪਹਿਲਾਂ ਦੇ ਰਿਹਾ ਸੀ ਉਹ ਹੋ ਸਕਦਾ। Some people might think it was Joshua. ਕੇਵਲ ਇਹ ਕਹਿ ਸਕਦੀ ਹੈ ਯਸ਼ੂਆ ਸੀ Some might think it is King David or King Solomon, ਜਾਂ ਰਾਜਾ ਦਾਊਦ ਜਾਂ ਸੁਲੇਮਾਨ because these were great leaders. ਇਹ ਬਹੁਤ ਪਹੁੰਚੇ ਹੋਏ ਰਾਜੇ ਸੀ ਇਜ਼ਰਾਈਲ ਦੇ, And both of them were kings, ਵੱਡੇ ਰਾਜੇ ਸੀ but they were not prophet. ਪਰ ਨਬੀ ਦਾਸ ਨਹੀਂ ਸੀ। We had a lot of judges who were great leaders, ਬਹੁਤ ਵੱਡੇ ਵੱਡੇ ਖਿਲਾੜੀ ਜਿਹੜੇ ਆਏ ਸੀ ਪਹਿਲਾਂ ਨਬੀ ਦਾਸ ਸੀ ਵੀ ਜਿਹੜੇ but none of them fitted the category mentioned in 18 verse 18. Deuteronomy 18 verse 18. ਕੋਈ ਇਹਨਾਂ ਚੋਂ ਇਦਾਂ ਦਾ ਹੈ ਨਹੀਂ ਸੀ ਜਿੱਥੇ ਜਿਹੜੇ ਇਸ ਇੱਟ ਦੇ ਵਿੱਚ ਲਿਖਿਆ ਹੋਇਆ ਕੋਈ ਇਦਾਂ ਦਾ ਹੈ ਨਹੀਂ ਸੀ। If we make a close comparison with Moses and Jesus, ਜੇ ਅਸੀਂ ਮੁਕਾਬਲਾ ਕਰੀਏ ਜਾਂ ਮਿਕਸ ਮੈਚ ਕਰੀਏ ਯਿਸੂ ਮਸੀਹ ਤੇ ਮੋਸ਼ਾ ਦੇ we see that this was no other than Jesus Christ himself. ਅਸੀਂ ਦੇਖ ਸਕਦੇ ਹਾਂ ਵੀ ਕੋਈ ਹੋਰ ਨਹੀਂ ਹੋ ਸਕਦਾ ਸੀ ਯਿਸੂ ਮਸੀਹ ਤੋਂ ਇਲਾਵਾ। Both were born at the time that the babies were hunted down to be killed. ਦੋਨਾਂ ਦਾ ਜਨਮ ਉਸ ਟਾਈਮ ਦੇ ਵਿੱਚ ਹੋਇਆ ਸੀ ਜਿੱਥੇ ਵੀ ਉਸ ਟਾਈਮ ਦੇ ਵਿੱਚ ਜਿਹੜੇ ਰਾਜਾ ਰਾਣੇ ਜਿਹੜੇ ਵੀ ਹੈਗੇ ਸੀ ਉਹ ਨਿਆਣਿਆਂ ਨੂੰ ਮਾਰਨਾ ਚਾਹੁੰਦੇ ਸੀ, ਖਾਸ ਜਿਹੜੀ ਇਹਨਾਂ ਦੀ ਉਮਰ ਸੀ। Both of the mothers' names were Mary, or in other words Miriam in Hebrew. ਦੋਨਾਂ ਦੇ ਮਾਵਾਂ ਦਾ ਨਾਮ ਮੋਸ਼ਾ ਤੇ ਯਿਸੂ ਮਸੀਹ ਦੇ ਮਾਵਾਂ ਦਾ ਨਾਮ ਮਿਰੀਅਮ ਸੀ ਉਸ ਟਾਈਮ 'ਤੇ। Both lived in Egypt in their early years. ਦੋਨੇ ਇਜਿਪਟ ਦੇ ਵਿੱਚ ਰਹਿੰਦੇ ਹੁੰਦੇ ਸੀ ਆਪਣੇ ਕੀ ਕਹਿੰਦੇ ਬਚਪਨ ਦੇ ਵਿੱਚ। Punjabi which Misri for Egypt. ਮਿਸਰ। Both were shepherds in the sense that Moses led the people out of Egypt. ਦੋਨੇ ਵਧੀਆ ਜਿੱਦਾਂ ਵੀ ਕਹਿੰਦੇ ਆ ਚਰਵਾਏ ਸੀ ਤਾਂ ਆਪਣੇ ਜਿਹੜੇ ਭੇਡ ਸੀ ਚੰਗੇ ਚੰਗੇ ਲੈ ਕੇ ਅੱਗੇ ਨੂੰ ਜਾ ਰਹੇ ਸੀ। And of course Moses led the people out of Egypt ਤਾਂ ਮੋਸ਼ਾ ਨੇ ਇਜਿਪਟ ਤੋਂ ਬੰਦੇ ਆਪਣੇ ਸਾਰੇ ਜਿਹੜੇ ਹਿਬਰੂ ਸੀ ਸਾਰਿਆਂ ਨੂੰ from ਬਾਹਰ ਲੈ ਕੇ ਆਇਆ bondage.
ਤਾਂ ਉਹ ਗੁਲਾਮ ਸੀ ਉੱਥੇ। and Jesus Christ has set us from the spiritual bondage. ਤਾਂ ਯਿਸੂ ਮਸੀਹ ਸਾਨੂੰ ਆਇਆ ਜਿਹੜੇ ਅਸੀਂ ਸ਼ੈਤਾਨੀ ਗੁਲਾਮ 'ਚ ਪਏ ਆ, Both ਉਹਨਾਂ 'ਚ ਸਾਨੂੰ ਉਹਨੇ ਤੋੜ ਦਿੱਤਾ। both did great miracles. ਰੱਬ ਨੇ ਬਹੁਤ ਚਮਕਾਰ ਕੰਮ ਕੀਤੇ। Both ਆਹ ਦੋਨਾਂ ਨੇ ਚਮਕਾਰ ਕੰਮ ਕੀਤੇ। both gave laws and established covenants between God and men. ਬਹੁਤ ਹੁਕਮ ਦਿੱਤੇ ਸੀ ਜਿਹੜੇ ਰੱਬ ਦੇ ਤਾਂ ਬੰਦੇ ਦੇ ਵਿੱਚ ਹੁਕਮ ਹੋਣੇ ਚਾਹੀਦੇ ਆ। ਜਿਹੜਾ ਵਚਨ ਦਿੱਤਾ ਗਿਆ ਸੀ ਮੂਸਾ ਨੇ ਗਾਹਾਂ ਬੰਦਿਆਂ ਨੂੰ ਦਿੱਤਾ ਸੀ ਰੱਬ ਤੋਂ। Moses turned water into blood. ਮੂਸਾ ਨੇ ਪਾਣੀ ਬਲੱਡ ਇਨਟੂ ਵਾਟ ਡਿਡ ਸੇ Water into blood. ਆਓ ਉਹਨੇ ਪਾਣੀ ਖੂਨ ਬਣਾਤਾ ਸੀ। And Jesus turned water into wine. ਤਾਂ ਯਿਸੂ ਮਸੀਹ ਨੇ ਪਾਣੀ ਤਾਂ ਖੂਬਸੂਰਤ ਵਾਈਨ ਬਣਾਤੀ ਸੀ। Moses picked up 12 followers. ਤਾਂ ਯਿਸੂ ਮਸੀਹ ਨੇ 12 ਚੇਲੇ ਚੱਕੇ ਸੀ। Moses ne. ਆਓ ਯਾ ਮੋਸੇਸ ਨੇ 12 ਚੇਲੇ ਚੱਕੇ ਸੀ। And Jesus also chose 12. ਤਾਂ ਯਿਸੂ ਮਸੀਹ ਨੇ ਵੀ 12 ਚੇਲੇ So you ਚੱਕੇ see the comparison. This can you see the similarities between Moses and Jesus? ਇਹਨਾਂ ਦਾ ਤੁਹਾਨੂੰ ਵਿੱਚ ਦਿਸਦਾ ਆ ਕਿੰਨੀਆਂ ਸਿਮਿਲੈਰਿਟੀਆਂ ਦੋਨਾਂ ਦੀਆਂ। And so Deuteronomy 18 verse 18 it talks about Jesus Christ. ਡਿਟਰੋਨਮੀ 18:18 ਦੇ ਵਿੱਚ ਜ਼ਰੂਰ ਪਹਿਲਾਂ ਸੁਣਨ ਤੋਂ ਵੀ ਪਹਿਲਾਂ ਲਿਖਿਆ ਹੋਇਆ ਹੈ ਯਿਸੂ ਮਸੀਹ ਬਾਰੇ। So God was talking or evangelizing to Moses about Jesus Christ. ਉਸ ਟਾਈਮ ਦੇ ਵਿੱਚ ਰੱਬ ਆਪ ਹੀ ਗਿਆਨ ਪ੍ਰਚਾਰ ਕਰ ਰਿਹਾ ਸੀ ਮੂਸਾ ਨੂੰ ਉਸ ਟਾਈਮ ਦੇ ਵਿੱਚ। Hallelujah. ਹਾਲੇਲੂਇਆ। And we see in Numbers Ginti ka chapter 21 ਗਿਣਤੀ ਦੇ ਚੈਪਟਰ ਦੇ ਵਿੱਚ 21 verses 6 to 9 8 6 ਤੋਂ 9 we see that the snakes were biting the Israelites ਸੱਪ ਡੰਗ ਮਾਰਦੇ ਸੀ ਯਹੂਦੀਆਂ ਨੂੰ। and Moses was instructed ਤਾਂ ਮੂਸਾ ਨੂੰ ਦੱਸਿਆ ਗਿਆ ਸੀ to make a bronze serpent ਤਾਂ ਪਿੱਤਲ ਦੀ ਇੱਕ ਸੱਪ ਜਿਹੜਾ ਸੀ and whoever would look at that snake ਤਾਂ ਜਿਹੜਾ ਯਹੂਦੀ ਉਹਦੇ ਵੱਲ ਦੇਖੂਗਾ ਉਹ ਜਿਹੜਾ ਉਹਨੇ ਬਣਾਇਆ ਸੀ even if he was beaten ਜੇ ਵੀ ਉਹਨੂੰ ਡੰਗ ਮਾਰਿਆ ਹੁੰਦਾ he would look at the snake and he would get healed. ਜੇ ਉਹ ਸੱਪ ਵੱਲ ਦੇਖ ਕੇ ਉਹਦਾ ਹੱਲ ਹੋ ਜਾਂਦਾ ਸੀ, ਇਲਾਜ ਹੋ ਜਾਂਦਾ ਸੀ, ਉਹਦਾ ਠੀਕ ਹੋ ਜਾਂਦਾ ਸੀ। People had to believe and look at the snake for salvation. ਲੋਕਾਂ ਨੂੰ ਯਕੀਨ ਕਰਨਾ ਪਿਆ ਸੀ ਉਸ ਸੱਪ ਦੇ ਉੱਪਰ ਜਿਹੜਾ ਮੂਸਾ ਨੇ ਬਣਾਇਆ ਸੀ ਤਾਂ ਠੀਕ ਹੋਊਗਾ। Today we believe and we look and put our faith in the Christ Jesus on the cross. ਅਸੀਂ ਅੱਜ ਕੱਲ੍ਹ ਆਪਣਾ ਯਕੀਨ ਤਾਂ ਧਰਮ ਪੂਰਾ ਯਿਸੂ ਮਸੀਹ ਸਲੀਬ ਦੇ ਉੱਪਰ ਪੂਰਾ ਅਸੀਂ ਯਕੀਨ ਉਹ 'ਚ ਪਾਉਂਦੇ ਹਾਂ। And so Moses was also indirectly preaching about Christ being lifted up on the cross. ਉਸ ਟਾਈਮ ਦੇ ਵਿੱਚ ਖੈਰ ਨਹੀਂ ਇੱਦਾਂ ਪੁਰਾਣੇ ਨੇਮ 'ਚ ਲਿਖਿਆ ਹੋਇਆ, ਪਰ ਇਹ ਸਮਝਾ ਰਿਹਾ ਸੀ ਤਾਂ ਆਪਣੇ ਯਹੂਦੀਆਂ ਨੂੰ ਦੱਸ ਰਿਹਾ ਸੀ ਜੋ ਯਿਸੂ ਮਸੀਹ ਆ ਕੇ ਵੀ ਦੱਸ ਰਿਹਾ ਸੀ ਪਹਿਲਾਂ ਹੀ ਉਸ ਤੋਂ। Now this might look very silly. ਇਹ ਥੋੜ੍ਹਾ ਜਿਹਾ ਅਣਜਾਣ ਲੱਗੂਗਾ ਤੁਹਾਨੂੰ। Somebody just looking at the snake and getting healed, or Jesus Christ being on the cross and getting saved. ਵੀ ਕੋਈ ਬੰਦਾ ਸੱਪ ਵੱਲ ਦੇਖੇ ਤਾਂ ਉਹਦਾ ਇਲਾਜ ਹੋ ਜਾਵੇ, ਜਾਂ ਯਿਸੂ ਮਸੀਹ ਵੱਲ ਦੇਖ ਕੇ ਤਾਂ ਉਹਦਾ ਅੰਦਰੋਂ ਸਰੀਰ 'ਚ ਹੱਲ ਹੋ ਜਾਵੇ। But let's look at what it says in 1 Corinthians 1 verse 18. ਅਸੀਂ ਹੁਣ ਪਹਿਲਾਂ ਦੇਖੀਏ 1 ਕੋਰਿੰਥੀਆਂ 1:18 ਦੇ ਵਿੱਚ। It says, "For the message of the cross is foolishness to those who are perishing." ਇਹ ਸਲੀਬ ਦਾ ਜਿਹੜਾ ਸੁਨੇਹਾ ਆ ਇਹ ਮਾੜਾ ਲੱਗਦਾ ਜਿਹੜੇ ਪਾਪੀ ਇਸ ਵੇਲੇ ਮਰ ਰਹੇ ਆ, But to those who are being saved, it is the power of God. ਪਰ ਜਿਹੜੇ ਚੰਗੇ ਆ ਤਾਂ ਜਿਹੜੇ ਬਚ ਰਹੇ ਆ ਇਹ ਹੈਗਾ ਸ਼ਕਤੀ ਰੱਬ ਦੀ। Hallelujah. That foolishness for the world, for us, is the power of God. ਇਹ ਜਿਹੜਾ ਦੁਨੀਆ ਸੋਚਦੀ ਹੈ ਪਖੰਡ ਆ, ਇਹ ਸੱਦ ਲੈ ਸ਼ਕਤੀ ਤਾਂ ਹਿੰਮਤ ਆ। David, King David, ਰਾਜਾ ਦਾਊਦ he preached Jesus. ਉਹਨੇ ਵੀ ਯਿਸੂ ਮਸੀਹ ਦਾ ਪ੍ਰਚਾਰ ਕੀਤਾ ਸੀ। Psalm 22, Zabur. ਜ਼ਬੂਰ 22 'ਚ You will see the crucifixion mentioned in step by step. ਜਿਹੜੀ ਯਿਸੂ ਮਸੀਹ ਵੱਲ ਗਿਆ ਸੀ, ਜਿੱਦਾਂ ਦੇ ਉਹਨੇ ਮਾਰ ਖਾਧੀ ਸੀ, ਉਹ ਸਭ ਕੁਝ ਸਮਝਾਇਆ ਗਿਆ ਹੈ 22 ਨੰਬਰ 'ਚ। And this was thousands of years before Christ would be born. ਇਹ ਤਕਰੀਬਨ 1500 1700 ਸਾਲ ਪਹਿਲਾਂ ਯਿਸੂ ਮਸੀਹ ਦੇ ਆਉਣ ਤੋਂ। And so we see that God was using people to preach about Jesus even in the Old Testament. ਪੁਰਾਣੇ ਨੇਮ 'ਚ ਵੀ ਦੇਖੇ ਜਾ ਸਕਦਾ ਹੈ, ਜਿੱਦਾਂ ਅਸੀਂ ਪੜ੍ਹਦੇ ਹਾਂ ਸਾਰੇ ਨੇਮ ਤੋਂ ਲੈ ਕੇ ਯਿਸੂ ਮਸੀਹ ਦਾ ਗਿਆਨ ਤਾਂ ਪ੍ਰਚਾਰ ਹੋ ਰਿਹਾ ਸੀ ਸਾਰੇ ਪੁਰਾਣੇ ਨੇਮ ਦੇ ਵਿੱਚ ਨਵੀਆਂ ਦਾਸਾਂ ਤੋਂ। How much, if God was so interested even to preach about Jesus in the Old Testament, how much more it is important for us in the New Testament.
ਜੇ ਰੱਬ ਨੇ ਇੰਨਾ ਪੁਰਾਣਾ ਨੇਮ ਚ ਯਿਸੂ ਮਸੀਹ ਬਾਰੇ ਕਿਹਾ ਤਾਂ ਬੋਲਿਆ ਤਾਂ ਸਾਡੇ ਲਈ ਕਿੰਨਾ ਅੱਜ ਕੱਲ੍ਹ ਇਸ ਨਵੇਂ ਨੇਮ ਦੇ ਵਿੱਚ ਇਸ ਟਾਈਮ ਦੇ ਵਿੱਚ ਕਿੰਨਾ ਜ਼ਰੂਰੀ ਆ। Proverbs 11 verse 30. ਕਬੋਤਾ। ਕਬੋਤਾ ਦੇ 11:30 ਦੇ ਵਿੱਚ The fruit of the righteous is a tree of life. ਜਿਹੜਾ ਫਲ ਆ ਚੰਗਿਆਂ ਦਾ ਉਹ ਇੱਕ ਪੂਰਾ ਦਰਖਤ ਜ਼ਿੰਦਗੀ ਦਾ। And whoever wins a soul ਤਾਂ ਜਿਹੜਾ ਕਿਸੇ ਦੀ ਰੂਹ ਬਚਾਉਂਦਾ ਆ is a wise person. ਉਹ ਬਹੁਤ ਅਕਲਮੰਦ ਬੰਦਾ। Did you hear what we said? ਹਾਂਜੀ, ਤੁਹਾਨੂੰ ਸੁਣ ਪਿਆ ਸੀ ਕੀ ਕਿਹਾ? One who wins a soul is a wise person. ਜਿਹੜਾ ਇੱਕ ਬੰਦਾ ਕਿਸੇ ਹੋਰ ਦੀ ਰੂਹ ਬਚਾਉਂਦਾ ਆ Is a wise person. ਉਹ ਬਹੁਤ ਚੰਗਾ ਪਹੁੰਚਿਆ ਹੋਇਆ ਅਕਲਮੰਦ ਬੰਦਾ। Hallelujah. ਹਾਲੇਲੂਇਆ। Luke 15:10. ਲੂਕਾ 15:10 ਚ In the same way I tell you, ਉਸ ਤਰੀਕੇ 'ਚ ਜੋ ਤੁਹਾਨੂੰ ਮੈਂ ਦੱਸਿਆ Jesus is talking to his disciples. ਯਿਸੂ ਮਸੀਹ ਆਪਣੇ ਚੇਲਿਆਂ ਨੂੰ ਬੋਲ ਰਿਹਾ ਸੀ। There is joy in the presence of angels of God over one sinner who repents. ਸਵਰਗੀ ਥਾਂ ਦੇ ਵਿੱਚ ਜਿੰਨੇ ਵੀ ਰੱਬ ਦੇ ਐਂਜਲ ਹੈਗੇ ਆ ਉਹ ਇੱਕਦਮ ਖੁਸ਼ੀ ਚਾਹੁੰਦੇ ਆ ਜਦੋਂ ਇੱਕ ਪਾਪੀ ਬਖਸ਼ ਲੈਂਦਾ ਤਾਂ ਸਹੀ ਤਰੀਕੇ ਆ ਜਾਂਦਾ ਆ। So it is a party time in heaven. ਸਵਰਗ ਦੇ ਵਿੱਚ ਇਸ ਵੇਲੇ ਜਿੱਦਾਂ ਵੀ ਕਹਿੰਦੇ ਆ ਮਾਹੌਲ ਆ ਤਾਂ ਐਸ਼ਾ ਆ ਤਾਂ ਜਿੱਦਾਂ ਵੀ ਕਹਿੰਦੇ ਰੱਬ ਦਾ ਨਾਂ ਚੱਕਿਆ ਜਾਂਦਾ। Because one soul has been won for ਵੀ ਇੱਕ Jesus. ਪਾਪੀ ਸਹੀ ਹੋ ਗਿਆ। One soul has been snatched from the kingdom of darkness. ਸ਼ੈਤਾਨ ਤੋਂ ਖੋਇਆ ਗਿਆ ਇੱਕ ਉਹ ਬੰਦੇ ਦੀ ਰੂਹ। He has lost one. ਉਹਨੇ ਇੱਕ ਗਵਾ ਲਿਆ And God ਤੇ has ਅਸੀਂ ਇੱਕ ਚੱਕ ਲਿਆ। God has won one. ਹਾਂਜੀ, ਤੇ ਰੱਬ ਪਾਸੇ ਅਸੀਂ ਆ ਗਏ। Hallelujah. ਹਾਲੇਲੂਇਆ। We are going to look at 3 aspects of evangelism ਅਸੀਂ ਹੁਣ 3 ਚੀਜ਼ਾਂ ਦੇਖਣੀਆਂ ਆ ਗਾਹਾਂ ਹੁਣ ਤੁਹਾਨੂੰ ਗਿਆਨ ਕਰਦੇ that the modern church has to have in place. ਜਿਹੜੇ ਅੱਜ ਕੱਲ੍ਹ ਦੇ ਗਿਰਜੀਆਂ ਤੇ ਸਾਰੇ ਚਰਚਾਂ ਦੇ ਵਿੱਚ ਹੋਣਾ ਚਾਹੀਦਾ। When we talk about church, it means you and me, ਜਦੋਂ ਅਸੀਂ ਗਿਰਜੇ ਬਾਰੇ ਜਾਂ ਚਰਚ ਬਾਰੇ ਗੱਲ ਕਰਦੇ ਆ ਇਹ ਹੈਗਾ ਮੇਰੇ ਤੇ ਤੁਹਾਡੇ ਬਾਰੇ। because we are the church. ਅਸੀਂ ਆ ਇਹ ਚਰਚ। Ecclesia in Greek means gathering of people, gathering of believers. ਇੰਗਲਿਸ਼ ਦੀਆਂ ਗ੍ਰੀਕ ਦੇ ਭਾਸ਼ਾ ਦੇ ਵਿੱਚ Ecclesia. ਐਗਲੀਸੀਆ ਜਿੱਦਾਂ ਤੁਹਾਡੇ ਇੱਥੇ ਮੁਲਕ 'ਚ ਬੋਲਦੇ ਆ ਚਰਚ ਦਾ ਇਹ ਹੈਗਾ ਆ ਇਕੱਠਾ ਹੋਣਾ। ਕਲੀਸਿਆ ਦੇ ਮਤਲਬ ਜਿਹੜੇ ਕ੍ਰਿਸਚਨ ਆ ਸਾਰੇ ਇਕੱਠੇ ਹੋਣੇ। So we are going to look at 3 P's. In English, they are called P's. I don't know what will be in Punjabi. 3 P's. ਪਰ ਇਹ ਅਸੀਂ ਹੁਣ ਦੇਖਣ ਲੱਗੇ ਆ 3 ਚੀਜ਼ਾਂ ਜਿਹੜੇ ਪਰ ਦੇ ਨਾਲ ਸ਼ੁਰੂ ਹੁੰਦੀਆਂ ਆ ਪੀ ਦੇ ਨਾਲ। And but first we are going to look at Acts chapter 1 verse 8. ਪਹਿਲਾਂ ਅਸੀਂ ਰਸੂਲਾਂ ਦੇ ਕਿਤਾਬ ਦੇ ਵਿੱਚ ਪਹਿਲੀ ਕਿਤਾਬ ਦੇਖਣੀ ਆ। It says in verse 8, ਵੀ 8 ਤੇ 1:8 but you will receive power when the Holy Spirit has come upon you, ਤੁਹਾਨੂੰ ਸ਼ਕਤੀ ਮਿਲੂਗੀ ਜਦੋਂ ਇਹ ਪਵਿੱਤਰ ਆਤਮਾ ਤੁਹਾਡੇ ਉੱਪਰ ਫਿਰ ਜੂਗੀ। and you will be my witnesses ਤਾਂ ਤੁਸੀਂ ਮੇਰਾ ਗਾਹਾਂ ਜਾ ਕੇ ਸਬੂਤ ਦਿਓਗੇ ਸਾਰੀ ਦੁਨੀਆ ਨੂੰ। in Jerusalem, Judea, ਯਰੂਸ਼ਲਮ, ਜੁਡੇਆ ਦੇ ਵਿੱਚ, Samaria, ਸਮੇਰੀਆ ਦੇ ਵਿੱਚ and to the ends of the earth. ਤਾਂ ਸਾਰੇ 4 ਖੂੰਜੇ ਧਰਤੀ 'ਚ। That includes Punjab. ਬਿਲਕੁਲ Hallelujah. ਪੰਜਾਬ ਦੇ ਵਿੱਚ ਵੀ। Amen. So it says that when the Holy Spirit will come upon us ਇਹ ਜਦੋਂ ਪਵਿੱਤਰ ਆਤਮਾ ਸਾਡੇ ਉੱਪਰ ਆਉਂਦੀ with his power, ਆਪਣੀ ਸ਼ਕਤੀ ਨਾਲ when the Holy Spirit will come upon us, he will give us the power for evangelism. ਤਾਂ ਉਹ ਸਾਨੂੰ ਹਿੰਮਤ ਤਾਂ ਸ਼ਕਤੀ ਦੇਊਗਾ ਜਿਹੜਾ ਅਸੀਂ ਕੱਲ੍ਹ ਨੂੰ ਸਾਰਿਆਂ ਦੇ ਵਿੱਚ ਜਾ ਕੇ ਬਿਨੋਂ ਡਰ ਤੋਂ ਗਿਆਨ ਦਾ ਪ੍ਰਚਾਰ ਕਰ ਸਕੇ। So in other words, it is like a default system. When God wants us to evangelize, he gives us the power. ਜਦੋਂ ਰੱਬ ਚਾਹੁੰਦਾ ਆ ਵੀ ਅਸੀਂ ਜਾ ਕੇ ਹੋਰਾਂ ਨੂੰ ਬਚਾਈਏ ਸੁਣਾਈਏ ਤਾਂ ਦੱਸੇ ਰੱਬ ਬਾਰੇ ਉਹ ਸਾਨੂੰ ਹਿੰਮਤ ਦੇ ਦਿੰਦਾ। ਸਾਨੂੰ ਆਪ ਨਹੀਂ ਕਰੀ ਪਛਾਣ ਹੁੰਦੀ। ਅਸੀਂ ਸੋਚਦੇ ਆਪਣੇ ਆਪ ਵੀ ਕਿੱਦਾਂ ਕਰੀਏ ਜਾਂ ਕਰ ਸਕੋਗੇ ਪਰ ਰੱਬ ਤੁਹਾਨੂੰ ਹਿੰਮਤ ਤਾਂ ਸ਼ਕਤੀ ਦਿੰਦਾ। ਤੁਸੀਂ ਟੈਨਸ਼ਨ ਨਹੀਂ ਲੈਂਦੇ ਤੇ ਜਾ ਕੇ ਕਰ ਸਕਦੇ। So this was mentioned 2000 years ago. ਅੱਜ ਤੋਂ 2000 ਸਾਲ ਪਹਿਲਾਂ ਦੱਸਿਆ ਗਿਆ ਸੀ But it is more alive and more applicable for us today. ਪਰ ਜ਼ਰੂਰਤ ਅੱਜ ਦੇ ਟਾਈਮ ਦੇ ਵਿੱਚ ਆ ਤਾਂ ਇਹਦਾ ਹੁਣ ਇੱਕ ਪੂਰਾ ਮਤਲਬ ਅੱਜ ਦੇ ਟਾਈਮ ਲਈ ਸੀ। We saw when this happened in the book of Acts, ਅਸੀਂ ਦੇਖਿਆ ਸੀ ਵੀ ਰਸੂਲਾਂ ਦੇ ਕਿਤਾਬ ਦੇ ਵਿੱਚ ਕਿੱਦਾਂ ਇਹ ਪੁਰਾਣੇ ਦਿਨਾਂ that 'ਚ ਹੋਇਆ ਸੀ in one day when Peter preached, 3,000 souls were added to the church. ਵੀ ਇੱਕ ਟਾਈਮ ਦੇ ਵਿੱਚ ਯਿਸੂ ਮਸੀਹ ਦੇ ਚੇਲਾ ਪਤਰਸ ਜਦੋਂ ਉਹਨੇ ਗਿਆਨ ਕੀਤਾ ਸੀ ਕਿੰਨੇ ਹਜ਼ਾਰ ਬੰਦੇ ਬਚ ਚੁੱਕੇ And ਸੀ ਸੁਣ ਕੇ। and in another few days, another 2,000 got added ਤਾਂ to ਉਹ the ਤੋਂ church. ਮਗਰੋਂ 2000 ਹੋਰ ਵੀ ਵੱਧ ਗਏ ਸੀ।
Would you like to see a bigger number added to the church? ਤੁਸੀਂ ਦੇਖਣਾ ਚਾਹੁੰਦੇ ਵੀ ਇਹ ਤੋਂ ਵੀ ਵੱਡੇ ਬੰਦੇ ਆ ਚਰਚ ਦੇ ਵਿੱਚ ਆਵੇ, So we should be evangelizing, ਤਾਂ ਸਾਨੂੰ ਹੁਣ ਬਾਹਰ ਜਾ ਕੇ ਲੋਕਾਂ 'ਚ ਗਿਆਨ ਕਰਨਾ ਚਾਹੀਦਾ। because God is promising His power for evangelism. ਕਰਕੇ ਰੱਬ ਦਾ ਹੁਕਮ ਆ, ਤਾਂ ਵਚਨ ਕਹਿੰਦਾ ਆ ਵੀ ਉਹ ਸਾਨੂੰ ਨਾਲ ਸਾਥ ਦੇਊਗਾ ਜੇ ਅਸੀਂ ਬਾਹਰ ਜਾ ਕੇ ਗਿਆਨ ਕਰੀਏ। Jesus Himself had a very powerful discussion and a talk with His disciples before He was taken up to heaven. ਜਦੋਂ ਯਿਸੂ ਮਸੀਹ ਪਵਿੱਤਰ ਬਾਪ ਕੋ ਉੱਪਰ ਗਿਆ ਸੀ ਸੱਜੇ ਪਾਸੇ ਬਹਿਣ ਲਈ, ਉਹਨੇ ਬਹੁਤ ਧਿਆਨ ਨਾਲ ਚੇਲਿਆਂ ਦੇ ਨਾਲ ਗੱਲ ਕੀਤੀ ਸੀ ਵੀ ਕਿੱਦਾਂ ਬਾਹਰ ਜਾ ਕੇ ਲੋਕਾਂ ਨੂੰ ਦੱਸਣਾ, ਪ੍ਰਚਾਰ ਕਰਨਾ, ਤਾਂ ਕਦੋਂ ਕਿੱਥੇ ਪਵਿੱਤਰ ਆਤਮਾ ਆਊਗੀ ਤੁਹਾਡੇ ਤੇ। This meeting that He had with His disciples would in the future shape the whole Christian world. ਇਹ ਜਿਹੜੇ ਖਾਸ ਗੱਲਾਂ ਜਿਹੜੀਆਂ ਕੀਤੀਆਂ ਸੀ ਯਿਸੂ ਮਸੀਹ ਨੇ ਜਾਣ ਤੋਂ ਪਹਿਲਾਂ ਚੇਲਿਆਂ ਦੇ ਨਾਲ, ਇਹ ਨਹੀਂ ਅੱਜ ਸਾਰਾ ਜੋ ਅਸੀਂ ਦੇਖ ਰਹੇ ਹਾਂ ਕ੍ਰਿਸਚੀਅਨ ਜਨਤਾ ਦੁਨੀਆ ਭਰ। He gave them the blueprint to His disciples of what the next mission of the church was to be. ਯਿਸੂ ਮਸੀਹ ਨੇ ਪੂਰਾ ਨਕਸ਼ਾ ਬਣਾ ਕੇ ਆਪਣੇ ਚੇਲਿਆਂ ਨੂੰ ਦੱਸਦਾ ਸੀ ਵੀ ਕਿੱਦਾਂ ਕਰਨਾ, ਤਾਂ ਰੱਬ ਤੁਹਾਡੇ ਨਾਲ ਕਿੱਦਾਂ ਸਾਥ ਦੇਊਗਾ। And with that blueprint, He also promised the power of the Holy Spirit. ਤਾਂ ਇਸ ਨਕਸ਼ੇ ਦੇ ਨਾਲ ਰੱਬ ਨੇ ਇੱਕ ਜਿੱਦਾਂ ਵੀ ਕਹਿੰਦੇ ਆ ਵਾਅਦਾ ਕੀਤਾ ਸੀ ਤੁਹਾਡੇ ਨਾਲ ਵੀ ਉਹ ਪਵਿੱਤਰ ਆਤਮਾ ਤੁਹਾਡੇ ਕੋਲ ਆਊਗੀ। So we are commanded by God in the great commission that He gave to preach the good news. ਸਾਨੂੰ ਫਿਰ ਹੁਕਮ ਆ ਰੱਬ ਤੋਂ ਵੀ ਅਸੀਂ ਬਾਹਰ ਜਾ ਕੇ ਇਹ ਚੰਗੀ ਖਬਰ ਸਾਰਿਆਂ ਨੂੰ ਦੱਸੀਏ ਯਿਸੂ ਮਸੀਹ ਬਾਰੇ। We cannot be selfish and keep it for ourselves. ਅਸੀਂ ਇਦਾਂ ਦੇ ਨਹੀਂ ਅਣਜਾਣ ਬੰਦੇ ਹੋ ਸਕਦੇ ਜਿਹੜਾ ਆਪਣੇ ਇਹ ਚੰਗੀ ਖਬਰ ਆਪਣੇ ਦਿਲ ਦੇ ਵਿੱਚ ਬੰਦ ਕਰਕੇ ਰੱਖੀਏ। We have a great responsibility to share Jesus to this dying world. ਸਾਡੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਆ ਵੀ ਆ ਜਿਹੜੀ ਦੁਨੀਆ ਸਾਡੇ ਆਰ-ਪਾਰ ਮਰ ਰਹੀ ਆ ਉਹਨਾਂ ਨੂੰ ਜਾ ਕੇ ਜ਼ਿੰਦਗੀ ਪਾਈਏ। It's called the Great Commission, but let me call it the greatest commission. ਇਹਨੂੰ ਬੁਲਾਇਆ ਜਾਂਦਾ ਆ ਰੱਬ ਦਾ ਬਹੁਤ ਵੱਡਾ ਕੰਮ, ਪਰ ਅਸੀਂ ਇਹਨੂੰ ਕਹਿਣਾ ਉਹ ਤੋਂ ਵੀ ਵੱਡਾ ਕੰਮ ਇਸ ਟਾਈਮ ਵਾਸਤੇ। Hallelujah. ਆਮੇਨ, ਹਾਲੇਲੂਇਆ। So you and I have a duty to fulfill the greatest commission. ਸਾਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਰੱਬ ਤੋਂ, ਅਸੀਂ ਜਾ ਕੇ ਸਾਰੀ ਦੁਨੀਆ ਨੂੰ ਜਿਹੜਾ ਮਰਜ਼ੀ ਬੰਦਾ ਹੋਵੇ ਉਹਨੂੰ ਗਿਆਨ ਕਰੀਏ ਤਾਂ ਦੱਸੀਏ ਚੰਗੀ ਖਬਰ ਬਾਰੇ। God has put His trust on you and on me. ਰੱਬ ਸਾਡੇ ਉੱਪਰ ਯਕੀਨ ਕਰ ਰਿਹਾ ਆ ਵੀ ਅਸੀਂ ਉਹਦਾ ਵਚਨ ਜਾ ਕੇ ਲੋਕਾਂ ਨੂੰ ਸੁਣਾਈਏ। He's depending on you and me. ਉਹ ਤੁਹਾਡੇ ਉੱਪਰ ਖੜਿਆ ਆ, ਉਹਨੂੰ ਪਤਾ ਆ ਤੁਸੀਂ ਜਾ ਕੇ ਕਰ ਸਕਦੇ, ਤਾਂ ਤੁਹਾਨੂੰ ਅੱਗੇ ਚਲਾਊਗਾ। Many lives are waiting for us to be touched and to receive Jesus' good news. ਕਿੰਨੇ ਹਜ਼ਾਰ ਬੰਦੇ ਆ ਦੁਨੀਆ ਦੇ ਵਿੱਚ ਜਿਹੜਾ ਸਾਡਾ ਇੰਤਜ਼ਾਰ ਕਰ ਰਹੇ ਆ ਵੀ ਅਸੀਂ ਆਈਏ ਤਾਂ ਉਹਨਾਂ ਨੂੰ ਸੁਣਾਈਏ। So let us get moving. ਤਾਂ ਚਲੋ ਫਿਰ ਨਿਕਲੀਏ ਤਾਂ ਜਾ ਕੇ ਲੋਕਾਂ ਨੂੰ ਦਸੀਏ ਤਾਂ ਬਚਾਈਏ ਉਹਨਾਂ ਨੂੰ। In the book of Mark, ਮੌਕਸ ਦੀ ਕਿਤਾਬ ਦੇ ਵਿੱਚ verse chapter 16, ਚੈਪਟਰ 16 14 ਤੋਂ 19 14 to 19, we are going to read this greatest commission. ਅਸੀਂ ਉਹਨੇ ਦੇਖਣਾ ਆ ਕਿਹੜੇ ਕੰਮ ਵੱਡੇ ਜਿਹੜੇ ਕੀਤੇ ਸੀ। This is the very powerful discussion, talk that Jesus had with His disciples. ਇਹ ਬਹੁਤ ਹਿੰਮਤ ਵਾਲੀ ਗੱਲ ਸੀ ਜਿਹੜੀ ਯਿਸੂ ਮਸੀਹ ਨੇ ਚੇਲਿਆਂ ਨਾਲ ਗੱਲ ਕੀਤੀ ਸੀ। It says here from 14, ਇਹ 14 ਚ ਇੱਥੇ ਲਿਖਿਆ ਗਿਆ। later Jesus appeared to His 12 disciples. ਥੋੜੇ ਟਾਈਮ ਮਗਰੋਂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਦਿਸਿਆ ਗਿਆ। As they were reclining at a table, I want you to make a note of the word reclining. ਜਦੋਂ ਉਹ ਸ਼ਾਮਲੇ ਟੇਬਲ ਚੇਅਰਾਂ ਤੇ ਬੈਠ ਰਹੇ ਸੀ, ਪਿੱਛੇ ਨੂੰ ਹੋ ਕੇ ਆਰਾਮ ਨਾਲ ਰਿਲੈਕਸ ਹੋ ਕੇ ਬੈਠੇ ਸੀ ਟੇਬਲ ਤੇ। And this is the moment that He called them. ਇਹੀ ਵਕਤ ਵਾਸਤੇ ਹੀ ਯਿਸੂ ਮਸੀਹ ਨੇ ਉਹਨਾਂ ਨੂੰ ਬੁਲਾਇਆ ਸੀ। And He said to them ਤਾਂ ਉਹਨਾਂ ਨੂੰ ਆਖਿਆ that go into all the world ਸਾਰੀ ਦੁਨੀਆ ਵਿੱਚ ਜਾਓ ਤੁਸੀਂ and preach the gospel of to all creation. ਤਾਂ ਜਿੰਨੇ ਵੀ ਹੈਗੇ ਆ ਸਾਰਿਆਂ ਨੂੰ ਇਸ ਬਖਸ਼ ਬਾਰੇ ਦੱਸੋ। In other words, you remember we said about evangelion. ਯਾਦ ਆ ਅਸੀਂ ਤੁਹਾਨੂੰ ਦੱਸਿਆ ਸੀ ਇਵੈਂਗੇਲੀਅਨ ਬਾਰੇ। Share the good news. Be the messenger of the good news. ਜਾ ਕੇ ਇਹ ਚੰਗੀ ਖਬਰ ਬਾਰੇ ਲੋਕਾਂ ਨੂੰ ਦੱਸੋ ਤਾਂ ਪ੍ਰਚਾਰ ਕਰੋ। He who has believed in me ਜਿਹੜੇ ਬੰਦੇ ਨੇ ਮੇਰੇ ਵਿੱਚ ਯਕੀਨ ਕੀਤਾ and also who will be baptized, ਜਿਹੜਾ ਨਾਲੇ ਬਪਤਿਸਮਾ ਲਊਗਾ he shall be saved. ਉਹ ਬਚ ਜਾਊਗਾ।
These signs will accompany you. ਤਾਂ ਉਹਨਾਂ ਦੇ ਸਾਥ ਇਹ ਚੰਗੀਆਂ ਚਮਕੀਰ ਚੀਜ਼ਾਂ ਹੋਊਗੀਆਂ। In my name you will cast out demons. ਮੇਰੇ ਨਾਂ ਦੇ ਵਿੱਚ ਤੁਸੀਂ ਸ਼ੈਤਾਨੀਆਂ ਆਤਮਾ ਲੋਕਾਂ ਤੋਂ ਭਜਾਓਗੇ। You'll speak in new tongues. ਤੁਸੀਂ ਜੀਭਾਂ ਦੇ ਵਿੱਚ ਬੋਲੋਗੇ। They will speak up serpents. ਤੁਸੀਂ ਸੱਪਾਂ ਨੂੰ ਭਜਾਓਗੇ। And even if they drink deadly poison, nothing shall harm ਜੇ them. ਤੁਸੀਂ ਜ਼ਹਿਰ ਜੂਰ ਪੀ ਲਈਏ ਤਾਂ ਕੁਛ ਨਹੀਂ ਤੁਹਾਨੂੰ ਹੋਊਗਾ। They shall lay their hands on the sick, ਤੁਸੀਂ ਮਰੀਜ਼ਾਂ ਦੇ ਉੱਪਰ ਆਪਣੇ ਹੱਥ ਰੱਖੋਗੇ and they shall get well. ਤਾਂ ਉਹ ਠੀਕ ਹੋ ਜਾਓਗੇ। So then when the Lord Jesus had spoken to them, ਤਾਂ ਜਦੋਂ ਯਿਸੂ ਮਸੀਹ ਨੇ ਇਹ ਗੱਲਾਂ ਉਹਨਾਂ ਨੂੰ ਦੱਸ ਦਿੱਤੀਆਂ ਸੀ he was taken up into heaven. ਤਾਂ ਫਿਰ ਉਹ ਪਵਿੱਤਰ ਬਾਹਰ ਸਵਰਗ ਥਾਂ ਤੇ ਚਲ ਗਿਆ ਸੀ And he sat down at the right hand ਤਾਂ of God. ਸੱਜੇ ਪਾਸੇ ਰੱਬ ਦੇ ਬਹਿ ਗਿਆ ਸੀ ਜਾ ਕੇ। The last words that somebody says before they die or before they go from this earth are very important words. ਜਿਹੜੇ ਆਖਰੀ ਲਫ਼ਜ਼ ਕੋਈ ਬੰਦਾ ਬੋਲਦਾ ਆ ਆਪਣੇ ਆਪਾਨ ਨੂੰ ਜਾਣ ਤੋਂ ਪਹਿਲਾਂ ਬਹੁਤ ਖਾਸ ਹੁੰਦੇ ਆ। You see this very often in Hindi movies. ਤੁਸੀਂ ਕਈ ਵਾਰੀ ਇਹ ਹਿੰਦੀ ਨਾਟਕਾਂ ਜਾਂ ਫਿਲਮਾਂ 'ਚ ਦੇਖਦੇ ਆ। When one villain is about to die, he gives the clue who has done the murder. ਜਦੋਂ ਕੋਈ ਬੰਦਾ ਮਰਦਾ ਪਿਆ ਆ ਉਹ ਬੋਲਦਾ ਹੁੰਦਾ ਵੀ ਹਾਂ ਇਹਨੇ ਮੈਨੂੰ ਮਾਰਿਆ ਮੈਨੂੰ And then he dies. ਫਿਰ ਮਰ ਜਾਂਦਾ And then you get the clue ਤਾਂ ਤੁਹਾਨੂੰ ਫਿਰ ਪਤਾ ਲੱਗ ਜਾਂਦਾ for ਵੀ the ਹਾਂ ਕਿਹਨੇ ਮਾਰਿਆ for the next mission. ਕਰਕੇ ਜਿਹੜੀ ਅਗਲੀ ਫਿਲਮ ਹੋਊਗੀ ਜਾਂ ਅਗਲਾ ਸੀਨ ਹੋਊਗਾ। And so we have a similar situation here. ਤਾਂ ਸਾਡਾ ਵੀ ਇਦਾਂ ਹੀ ਇੱਕ ਸਿਚੁਏਸ਼ਨ ਆ ਇਦਾਂ ਦੀ। That Jesus' last words are so impactful and so powerful and so dynamic. ਜਿਹੜੇ ਯਿਸੂ ਮਸੀਹ ਦੇ ਆਖਰੀ ਲਫ਼ਜ਼ ਸੀ ਤਾਂ ਚੀਜ਼ਾਂ ਉਹਨੇ ਬੋਲੀਆਂ ਸੀ ਬਹੁਤ ਸ਼ਕਤੀਆਂ ਵਾਲੀਆਂ ਆ ਤਾਂ ਇੱਕਦਮ ਜਿੱਦਾਂ ਵੀ ਕਹਿੰਦੇ ਠਾ ਵੱਜਣਾ ਚਾਹੀਦਾ ਸਾਡੇ ਦਿਲ ਦੇ ਵਿੱਚ। And so these are his words, go. ਇਹ ਇਹਦੇ ਲਫ਼ਜ਼ ਸੀ ਖਾਸ ਵੀ ਜਾਓ। And the word actually in Greek means ਇਹ ਗ੍ਰੀਕ ਦੀ ਭਾਸ਼ਾ ਦੇ ਵਿੱਚ ਇਹ ਬੋਲਿਆ ਜਾਂਦਾ। go means to be sort of kicked out. Go. ਮਤਲਬ ਮੈਂ ਤੁਹਾਨੂੰ ਠੁੱਡ ਮਾਰਦਾ ਜਾਓ ਜਾਓ ਭੇਜਦਾ ਮੈਂ ਤੁਹਾਨੂੰ। Because they were in a mode of reclining. ਕਰਕੇ ਉਸ ਟਾਈਮ ਦੇ ਵਿੱਚ ਆਰਾਮਦਾਰੀ ਕਰ ਰਹੇ ਸੀ ਜਿੱਦਾਂ ਤੁਹਾਨੂੰ ਦੱਸਿਆ ਨਹੀਂ ਵੀ ਰਿਕਲਾਈਨ ਇਹਦਾ ਮਤਲਬ ਆਰਾਮ ਨਾਲ ਕੁਰਸੀਆਂ ਢਾਹ ਕੇ ਪਿੱਛੇ ਨੂੰ ਹੋ ਰਹੇ ਸੀ। So in other words, there is no time for reclining, but we must be going. ਹੁਣ ਕੀ ਕਹਿੰਦੇ ਬਿਨਾਂ ਟੈਨਸ਼ਨ ਦੇ ਟਾਈਮ ਨਹੀਂ ਹੁਣ ਤੁਸੀਂ ਭੱਜੋ ਹੁਣ ਟਾਈਮ ਥੋੜਾ ਰਹਿ ਗਿਆ ਜਾ ਕੇ ਕਰੋ ਇਹ Then he said, preach. So we should be preaching. ਗਿਆਨ ਕਰੋ ਜਾ ਕੇ। And we will look at how we can preach the 3 P's that I'm coming to. ਹੁਣ ਅਸੀਂ ਤੁਹਾਨੂੰ ਸਮਝਾਉਣਾ ਹੈ ਵੀ ਤੁਸੀਂ ਕਿੱਦਾਂ ਬਾਹਰ ਜਾ ਕੇ ਪ੍ਰਚਾਰ ਕਰ ਸਕਦੇ ਆ। Jesus also commanded them to baptize people. ਯਿਸੂ ਮਸੀਹ ਨੇ ਇਹ ਵੀ ਹੁਕਮ ਦਿੱਤਾ ਸੀ ਵੀ ਲੋਕਾਂ ਨੂੰ ਬਪਤਿਸਮਾ ਦਿਓ। That is basically initiating people into church life and discipleship. ਇਹ ਲੋਕਾਂ ਨੂੰ ਕਲੀਸਿਆ ਦੇ ਵਿੱਚ ਗਿਰਜਿਆਂ 'ਚ ਪਾਉਣ ਨੂੰ ਜਿਹੜੇ ਇਕੱਠੇ ਹੋਊਗੇ ਸਭ ਯਿਸੂ ਮਸੀਹ ਦੇ ਵਿੱਚ ਨਾਲ। And then Jesus said there will be 3 things that will happen when we preach. 3 ਚੀਜ਼ਾਂ ਹੋਣਗੀਆਂ ਜਦੋਂ ਅਸੀਂ ਬਾਹਰ ਜਾ ਕੇ ਪ੍ਰਚਾਰ ਕਰੂੰਗੇ। And that God will prove what we will be doing. ਤਾਂ ਰੱਬ ਸਾਡਾ ਸਾਥ ਦੇਊਗਾ ਨਾਲ ਰਹੂਗਾ ਸਾਡੇ ਜਿੱਦਾਂ ਤੁਹਾਨੂੰ ਕਿੱਦਾਂ ਸਮਝਾਈਏ। And the first thing is mentioned is casting out demons. ਪਹਿਲੀ ਚੀਜ਼ ਲਿਖਿਆ ਹੈ ਸ਼ੈਤਾਨੀ ਆਤਮਾ ਕਿੱਦਾਂ ਕਢਾਉਣੀ ਆ। Now casting out demons is on top of the list. ਇਹ ਪਹਿਲੀ ਚੀਜ਼ ਆ ਲਿਸਟ ਦੇ ਵਿੱਚ ਵੀ ਸ਼ੈਤਾਨੀ ਆਪ ਨੂੰ ਕਿੱਦਾਂ ਭਜਾਉਣੀ ਆ। And we are getting a teaching ready for you on this issue. ਹੁਣ ਤੁਹਾਨੂੰ ਅਸੀਂ ਸਿਖਾਈ ਦੇਣੀ ਹੈ ਤੁਸੀਂ ਕਿੱਦਾਂ ਇਹ ਕਰ ਸਕਦੇ ਆ। Because God has commanded, we want you to cast out demons from ਰੱਬ ਨੇ everybody. ਸਾਨੂੰ ਹੁਣ ਹੁਕਮ ਦਿੱਤਾ ਹੈ ਵੀ ਅਸੀਂ ਤੁਹਾਨੂੰ ਸਮਝਾਈਏ। Then it says then people will be speaking in new tongues. ਇਹ ਵੀ ਦੱਸਿਆ ਗਿਆ ਹੈ ਆ ਵੀ ਲੋਕ ਕਈ ਹੋਰ ਭਾਸ਼ਾ 'ਚ ਵਿੱਚ ਜੀਭਾਂ 'ਚ ਬੋਲੂਗੇ। And that is a baptism of the Holy Spirit. ਤਾਂ ਇਹ ਹੈਗਾ ਬਪਤਿਸਮਾ ਪਵਿੱਤਰ ਆਤਮਾ ਦਾ। And that is what is happening at the moment as well in our church. People are getting baptized in the Holy Spirit. ਇਸ ਵੇਲੇ ਤੁਹਾਡੇ ਚਰਚ ਦੇ ਵਿੱਚ ਸਾਡੇ ਚਰਚ ਦੇ ਵਿੱਚ ਇਹੀ ਹੋ ਰਿਹਾ ਹੈ ਜਿੱਥੇ ਲੋਕ ਜਿਹੜੀਆਂ ਜੀਭਾਂ ਦੇ ਵਿੱਚ ਪਹਿਲਾਂ ਨਹੀਂ ਬੋਲ ਰਹੇ ਆ ਹੁਣ। And then it talks about picking up serpents and snakes. ਫਿਰ ਇਹਦੇ ਵਿੱਚ ਇਹ ਵੀ ਬੋਲਿਆ ਗਿਆ ਹੈ ਮਗਰੋਂ ਵੀ ਅਸੀਂ ਆਪਣੇ ਹੱਥਾਂ ਨਾਲ ਹੀ ਸੱਪਾਂ ਨੂੰ ਫੜ ਸਕਦੇ ਹਾਂ। Now of course we are not foolish people that we go looking for snakes to catch them. ਅਸੀਂ ਇਦਾਂ ਦੇ ਵੈਸੇ ਹੈ ਨਹੀਂ ਜਿੱਥੇ ਅਸੀਂ ਸੱਪ ਕੋਈ ਦੇਖਿਆ ਤਾਂ ਚੱਕ ਲੈਣਾ ਆ। Of course, if we find ourselves in a situation there is a snake, of course God will help us to deal with that. ਜੇ ਇਦਾਂ ਦਾ ਕੋਈ ਮਾਹੌਲ ਆਵੇ ਜਿੱਥੇ ਸਾਨੂੰ ਕਿਸੇ ਦਾ ਸਾਥ ਦੇਣਾ ਪਵੇ ਜਾਂ ਸੱਪ ਸੁੱਪ ਦਾ ਕੋਈ ਇਦਾਂ ਦਾ ਕੰਮ ਚੱਲ ਰਿਹਾ ਆ ਫਿਰ ਰੱਬ ਨੇ ਸਾਡਾ ਸਾਥ ਦੇਣਾ ਆ। But this is a spiritual snakes. ਇਹ ਹੈਗਾ ਆ ਆਤਮਿਕ ਸੱਪ। And then it says anything deadly if you drink, nothing will harm you. ਜੇ ਕੋਈ ਜ਼ਹਿਰ ਜੂਰ ਤੁਸੀਂ ਕੋਈ ਪੀ ਲਈ ਕੁਛ ਨਹੀਂ ਤੁਹਾਨੂੰ ਉਹ ਪ੍ਰੋਬਲਮ ਦੇਊਗੀ। Hallelujah. ਹਾਲੇਲੂਇਆ। And then actually there are 4 things. The last thing was that they shall lay their hands on the sick and they shall get well.
ਚਾਰ ਚੀਜ਼ਾਂ ਸੀ ਵੈਸੇ ਤਾਂ ਸੱਚੀ ਦੱਸਾਂ ਤੁਹਾਨੂੰ, ਜੇ ਕਿਸੇ ਮਰੀਜ਼ ਦੇ ਉੱਪਰ ਜਾਂ ਕੋਈ ਬਿਮਾਰ ਬੰਦਾ ਹੋਵੇ, ਅਸੀਂ ਜਾ ਕੇ ਕ੍ਰਿਸਚਨ ਜਾ ਕੇ ਉਹਨਾਂ ਦੇ ਉੱਪਰ ਹੱਥ ਰੱਖ ਕੇ ਦੁਆ ਕਰਕੇ ਉਹ ਠੀਕ ਹੋ ਜਾਏਗਾ। And so we see here that even laying on of hands is the last one. ਇਹ ਦੱਸਿਆ ਗਿਆ ਹੈ, ਵੈਸੇ ਤਾਂ ਇਹ ਆਖਰੀ ਆ ਲੋਕਾਂ ਦੇ ਉੱਪਰ ਹੱਥ ਰੱਖਣੇ, But the first one is to cast out demons. ਪਰ ਪਹਿਲਾ ਹੈਗਾ ਆ ਸ਼ੈਤਾਨੀ ਆਤਮਾ ਭਜਾਉਣੀਆਂ। So I want to ask you, ਤਾਂ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆ, as a Christian, ਮਸੀਹ ਹੋ ਕੇ are you casting out demons? ਤੁਸੀਂ ਇਹ ਸ਼ੈਤਾਨੀਆਂ ਆਤਮਾ ਭਜਾ ਰਹੇ ਆ ਲੋਕਾਂ ਚੋਂ? You might get scared now, ਡਰਦੇ ਆ? but be assured, ਡਰੋ ਮਤ, it's a command from Jesus, ਇਹ ਹੁਕਮ ਆ ਰੱਬ ਤੋਂ, and God will help us. ਤਾਂ ਰੱਬ ਸਾਡਾ ਸਾਥ ਦੇਊਗਾ, He will give us the anointing and the power and the grace to cast ਸਾਨੂੰ out ਤਿਆਰ demons. ਕਰੂੰਗਾ ਤਾਂ ਕਿਰਪਾ ਵੀ ਸਾਡੀ ਰੱਖੂਗਾ। I did say about the word go. ਜਾਣਾ, ਜੋ ਪਾਸਟਰ ਜੌਨੀ ਨੇ ਬੋਲਿਆ ਸੀ, So basically it was to thrust out people, ਮਤਲਬ ਚੱਕੇ ਜਾਓ ਜਾਓ, but the actual word as well is Greek, in Greek, poros. ਖਾਸ ਜਿਹੜਾ ਲਫ਼ਜ਼ ਗ੍ਰੀਕ ਦੇ ਬੋਲਿਆ ਜਾਂਦਾ ਆ ਪੋਰੋਸ। In other words, it is to permeate through every area, facet of the society. ਜਿੰਨੇ ਵੀ ਆਹ ਸਾਡੇ ਆਰ ਪਾਰ ਬੰਦੇ ਆ, ਮਾਹੌਲ ਆ, ਜਿੱਥੇ ਜਿੱਥੇ ਮੁਲਕਾਂ ਦੇ ਵਿੱਚ, ਇਹ ਇੱਦਾਂ ਦੀ ਚੀਜ਼ ਆ ਜਿੱਦਾਂ ਵੀ ਕਹਿੰਦੇ ਤਲਵਾਰ ਹੈ, ਸਿੱਧੀ ਇੱਦਾਂ ਲੰਘਦੀ ਆ, ਦਿਲਾਂ ਵਿੱਚੋਂ ਚੱਲ ਜਾਂਦੀ ਆ। And so we need to be porosing everybody ਤਾਂ with the ਫਿਰ gospel. ਸਾਰਿਆਂ ਨੂੰ ਸਾਨੂੰ ਦੱਸਣਾ ਚਾਹੀਦਾ ਆ ਇਹ ਚੰਗੀ ਖਬਰ ਬਾਰੇ। Again, the Great Commission is mentioned in Matthew 28. ਇਹ ਮਤੀ 28 ਦੇ ਵਿੱਚ ਵੀ ਲਿਖਿਆ ਆ ਵੀ ਇਹ ਕੀ ਕਰਨਾ ਚਾਹੀਦਾ, ਤਾਂ ਇਹ ਚੰਗੀ ਖਬਰ ਕਿੱਦਾਂ ਸਾਨੂੰ ਦੁਨੀਆ ਭਰ ਪਹੁੰਚਾਉਣੀ ਚਾਹੀਦੀ ਹੈ। Verses 16 to 20. ਇਹ 8 16 ਤੋਂ 20 'ਚ Jesus said there, I give you the authority. ਮੈਂ ਤੁਹਾਨੂੰ ਹਿੰਮਤ ਦਿੰਦਾ ਆ, Go make disciples. ਜਾ ਕੇ ਚੇਲੇ ਬਣਾਓ ਮੇਰੇ, Baptize them in the name of the Father, Son, and the Holy Spirit. ਤਾਂ ਇਹਨਾਂ ਦਾ ਬਪਤਿਸਮਾ ਕਰੋ ਰੂਹ ਪਵਿੱਤਰ ਬਾਪ ਤਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ। Teach them the things of God. ਸਭ ਕੁਝ ਉਹਨਾਂ ਨੂੰ ਸਿਖਾਓ ਰੱਬ ਬਾਰੇ, I will be with you till the end of the age. ਤਾਂ ਮੈਂ ਤੁਹਾਡੇ ਨਾਲ ਹਮੇਸ਼ਾ ਹਮੇਸ਼ਾ ਰਹੂੰਗਾ, ਕਦੀ ਨਹੀਂ ਤੁਹਾਨੂੰ ਛੱਡੂੰਗਾ। So you want God to be with you till the end of the age? ਜੇ ਤੁਸੀਂ ਚਾਹੁੰਦੇ ਆ ਰੱਬ ਤੁਹਾਡਾ ਸਾਥ ਨਾਲ ਨਾਲ ਰਵੇ ਐਂਡ ਤੱਕ, Then we should be doing what God has said. ਤਾਂ ਫਿਰ ਸਾਨੂੰ ਜੋ ਰੱਬ ਨੇ ਸਾਨੂੰ ਹੁਕਮ ਦਿੱਤਾ ਉਹ ਸਾਨੂੰ ਕਰਨਾ ਚਾਹੀਦਾ। If we are going to do what God has said, ਜੇ ਅਸੀਂ ਉਹ ਚੀਜ਼ਾਂ ਕਰੋਗੇ and we are going to be obedient to Him, ਤਾਂ ਉਹਦੀ ਗੱਲ ਸੁਣੋਗੇ, then what He has promised, ਤਾਂ ਜੋ ਉਹਨੇ ਸਾਨੂੰ ਵਚਨ 'ਚ ਦੱਸਿਆ that He will be with us till the end of the age, ਉਹ ਸਾਡਾ ਸਾਥ ਜ਼ਰੂਰ ਦੇਊਗਾ ਐਂਡ ਤੱਕ, then He will definitely do it. ਤਾਂ ਪੱਕਾ ਕਰੂਗਾ ਉਹ। Hallelujah. ਹਾਲੇਲੂਇਆ। Another commission for the disciples, which were around 70 of them in Luke 10 verse 17. ਲੂਕਾ 10 'ਚ ਲਿਖਿਆ ਆ 17 ਬਸ ਦੇ ਵਿੱਚ ਵੀ ਇੱਕ ਹੋਰ ਸਾਨੂੰ ਵੱਡਾ ਕੰਮ ਦਿੱਤਾ ਗਿਆ ਜਿੱਥੇ ਵੀ 70 ਉਹਨੇ ਭੇਜੇ ਸੀ। And it says here, the 70 returned with joy, ਜਿਹੜੇ 70 ਬਾਹਰ ਭੇਜੇ ਹੋਏ ਸੀ ਉਹ ਵਾਪਸ ਆਏ ਖੁਸ਼ੀਆਂ 'ਚ। and they said, Lord, even the demons are subject to us. ਕਹਿੰਦੇ ਜਿਹੜੇ ਸ਼ੈਤਾਨੀਆਂ ਆਤਮਾ ਆ ਉਹ ਵੀ ਸਾਡੀ ਗੱਲ ਮੰਨ ਰਹੇ ਆ, Because they were commissioned to go and cast out demons. ਕਰਕੇ ਉਹਨਾਂ ਨੂੰ ਦੱਸਿਆ ਗਿਆ ਸੀ ਜਾਓ ਬਾਹਰ ਸ਼ੈਤਾਨੀ ਆਤਮਾ ਲੋਕਾਂ ਤੋਂ ਭਜਾਓ, And that's what they started doing. ਤਾਂ ਉਹੀ ਉਹ ਚੀਜ਼ ਕਰਨ ਲੱਗੇ। And so that's what we have to be doing. ਤਾਂ ਸਾਨੂੰ ਵੀ ਇਦਾਂ ਹੀ ਕਰਨਾ ਚਾਹੀਦਾ, ਯਿਸੂ ਮਸੀਹ ਦੇ ਨਾਮ ਦੇ ਵਿੱਚ ਭਜਾਈਏ ਇਹ ਸਭ ਚੀਜ਼ਾਂ, Preach the gospel. ਇਹ ਪ੍ਰਚਾਰ ਕਰੋ, Cast the demons out. ਭਜਾਓ ਇਹਨਾਂ ਨੂੰ ਸ਼ੈਤਾਨੀਆਂ ਨੂੰ, Baptism of the Holy Spirit. ਬਪਤਿਸਮਾ ਲਓ, Don't worry about the snakes and the scorpions. ਸੱਪਾਂ ਦਾ ਡੰਗ ਵਗੈਰਾ ਨਾ ਚਿੰਤਾ ਕਰੋ, Don't worry about the poison. ਜ਼ਹਿਰਾਂ ਬਾਰੇ ਨਾ ਚਿੰਤਾ ਕਰੋ, Lay our hands on the sick. ਹੱਥ ਰੱਖੋ ਬਿਮਾਰਾਂ ਤੇ They shall get well. ਤਾਂ ਠੀਕ ਹੋ ਜਾਓਗੇ। And there will be many, many parties in heaven. ਪਾਰਟੀਆਂ ਹੋ ਗਈਆਂ ਸਵਰਗੀ ਥਾਂ 'ਚ। Hallelujah. ਹਾਲੇਲੂਇਆ। And we will be bringing many sinners to salvation. ਕਿੰਨੇ ਪਾਪੀ ਅਸੀਂ ਹੁਣ ਸਹੀ ਕਰ ਦੇਣੀ ਹੈ। Now we are going to touch on the 3 P's. ਅਸੀਂ ਹੁਣ 3 ਪੀਸ ਜਿਹੜੇ ਤੁਹਾਨੂੰ ਪਹਿਲਾਂ ਦੱਸਿਆ ਸੀ ਉਹ ਹੁਣ ਸ਼ੁਰੂ ਕਰਨ ਲੱਗੇ ਹਾਂ। The first P of evangelism ਪਹਿਲੀ ਪੀ ਪ੍ਰਚਾਰ ਕਰਨ ਦਾ is presence evangelism. ਪ੍ਰੈਜ਼ੈਂਸ Azuri. ਅਜ਼ੂਰੀ Say na? ਪ੍ਰਚਾਰ। So this type of evangelism is to be a salt and a light to the society, to the community around us. ਇਹ ਇਦਾਂ ਦਾ ਪ੍ਰਚਾਰ ਸਾਨੂੰ ਕਰਨਾ ਚਾਹੀਦਾ, ਅਸੀਂ ਜਿੱਦਾਂ ਰੋਸ਼ਨੀ ਆ ਕਾਲਕ ਦੇ ਵਿੱਚ, ਲੂਣ ਆ ਅਸੀਂ ਇਸ ਧਰਤੀ ਵਾਸਤੇ। This is not about using our mouths, loudspeakers to preach and teach the Bible. ਇਹ ਸਾਡੇ ਮੂੰਹ ਬਾਰੇ ਨਹੀਂ ਵੀ ਅਸੀਂ ਉੱਚੀ ਉੱਚੀ ਬੋਲ ਸਕਦੇ ਹਾਂ ਜਾਂ ਦੂਰ ਦੂਰ ਬੋਲ ਸਕਦੇ ਹਾਂ, But this is about
we being a testimony, a gawaii in our lives to be a salt and a light. ਇਹ ਜਿਹੜਾ ਅਸੀਂ ਨਮਕ ਤਾਂ ਰੋਸ਼ਨੀ ਜੋ ਪਾਸਟਰ ਜੌਨੀ ਬੋਲ ਰਹੇ ਆ, ਇਹ ਗਵਾਹੀ ਹੋਣੀ ਚਾਹੀਦੀ। ਅਸੀਂ ਤੁਰਦੇ ਫਿਰਦੀ ਗਵਾਹੀ ਹੋਣੀ ਚਾਹੀਦੀ ਆ ਵੀ ਲੋਕ ਸਾਡੇ ਵੱਲ ਦੇਖਦੇ ਆ, ਉਹ ਕਹੋਗੇ ਵੀ ਹਾਂ ਇਹ ਤਾਂ ਰੱਬ ਦਾ ਬੰਦਾ ਹੈ, ਇਹਦਾ ਨਾਂ ਹੀ ਚੱਕਦਾ ਹੈ ਇਹ। And so the first scripture is in Matthew chapter 5. ਮਤੀ 5:13 ਤੋਂ 16 ਤੱਕ From ਲਿਖਿਆ ਹੋਇਆ। 13 to 16, and it talks about that you and I are the salt of the earth. ਇਹ 13 ਤੋਂ 16 ਦੇ ਵਿੱਚ ਲਿਖਿਆ ਹੋਇਆ ਵੀ ਅਸੀਂ, ਤੁਸੀਂ ਤਾਂ ਮੈਂ, ਇਹ ਨਮਕ ਹੈ ਇਸ ਦੁਨੀਆ ਦੇ ਵਿੱਚ। Do you know that salt is such an important preservative and such an important substance? ਇਹ ਨਮਕ ਜਿਹੜਾ ਹੈ ਤੁਹਾਨੂੰ ਪਤਾ ਕਿੰਨਾ ਜ਼ਰੂਰੀ ਹੈ ਤੇ ਕਿੰਨਾ ਖਾਸ ਆ। ਖਾਣਿਆਂ ਪੀਣਿਆਂ 'ਚ ਅਸੀਂ ਪਹੁੰਚਾਉਂਦੇ ਆ ਉਹਨਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ। Food cannot have taste without salt. ਖਾਣਿਆਂ 'ਚ ਕੋਈ ਇੱਦਾਂ ਦਾ ਵਧੀਆ ਟੇਸਟ ਨਹੀਂ ਹੁੰਦਾ ਬਿਨਾਂ ਨਮਕ ਤੋਂ। I am sure you know these things. ਤੁਸੀਂ ਜਾਣਦੇ ਆ ਵੈਸੇ ਤਾਂ। So in our life has to be salty enough for ਸਾਡੀ people to ਜ਼ਿੰਦਗੀ ਵੀ taste, ਜਿਹੜੀ ਆ ਉਹਦੇ ਵਿੱਚ ਵੀ ਥੋੜ੍ਹਾ ਜਿਹਾ ਨਮਕ ਹੋਣਾ ਚਾਹੀਦਾ ਆ so that people can taste us. ਵੀ ਸਾਨੂੰ ਵੀ ਲੋਕ ਸਵਾਦ ਲੈ ਸਕਦੇ ਸਾਡਾ। And what they can taste from our lives? ਜੋ ਸਾਤੋਂ ਸਵਾਦ ਲਓਗੇ Jesus Christ. ਉਹ ਯਿਸੂ ਮਸੀਹ ਹੋਊਗਾ। In the same way, Jesus said that we have to be the light of the world. ਇੱਦਾਂ ਹੀ ਸਾਨੂੰ ਯਿਸੂ ਮਸੀਹ ਨੇ ਦੱਸਿਆ ਸੀ। It talks about a town built on a hill cannot be hidden. ਜਿਹੜਾ ਕੋਈ ਥੈਂ ਆ ਪਹਾੜ ਦੇ ਉੱਪਰ ਬਣਿਆ ਹੋਇਆ, ਉਹਨੂੰ ਲੁਕੋ ਨਹੀਂ ਸਕਦਾ ਕੋਈ। Neither do people light a lamp and put it under a bowl or under a ਤਾਂ bed. ਕੋਈ ਮੋਮ ਨਹੀਂ ਜਲਾ ਕੇ ਥੱਲੇ ਕਮਰੇ ਦੇ ਵਿੱਚ ਰੱਖਦਾ, ਉੱਥੇ ਰੱਖਦੇ ਜਿੱਥੇ ਉਹਦੀ ਰੋਸ਼ਨੀ ਸਾਰੇ ਕਮਰੇ ਵਿੱਚ ਪਵੇ। And so it is highly important that we be the salt and that we be the light that people can see and taste. ਇਹ ਬਹੁਤ ਜ਼ਰੂਰੀ ਆ, ਸਮਾਂ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਅਸੀਂ ਇਹ ਨਮਕ ਤਾਂ ਰੋਸ਼ਨੀ ਹੋਈਏ ਜਿਹੜੇ ਲੋਕ ਸਾਨੂੰ ਆਰ-ਪਾਰ ਦੇਖ ਸਕੇ। And somebody said, a well-known man of God, ਤੇ ਇੱਕ ਚੰਗਾ ਰੱਬ ਦਾ ਬੰਦਾ, he said, his name is Francis of Assisi. ਉਹਦਾ ਨਾਮ ਹੈਗਾ ਫਰਾਂਸਿਸ ਅਸੀਸੀ। He said, preach the gospel at all times, ਉਹ ਕਹਿੰਦਾ ਇਹ ਚੰਗੀ ਖਬਰ ਗਿਆਨ ਕਰੋ, but if necessary, use words. ਤਾਂ ਜੇ ਜ਼ਰੂਰੀ ਆ ਤਾਂ ਆਪਣਾ ਮੂਲ ਖੋਲ ਕੇ ਬੋਲੋ। So in other words, we can preach Jesus without words, but through our life. ਅਸੀਂ ਬਿਨੋਂ ਬੋਲਣ ਤੋਂ ਯਿਸੂ ਮਸੀਹ ਦਾ ਪ੍ਰਚਾਰ ਕਰ ਸਕਦੇ ਹਾਂ। ਸਿਰਫ ਆਪਣੀ ਜ਼ਿੰਦਗੀ ਤੁਰਦੇ ਫਿਰਦੇ ਚੰਗਾ ਰਹਿਣਾ, ਚੰਗਾ ਹੋਣਾ ਲੋਕਾਂ ਨੇ ਦੇਖ ਲੈਣਾ ਆ। We cannot preach the cross if we are not carrying it ourselves. ਅਸੀਂ ਇਹ ਜਿਹੜੀ ਸਲੀਬ ਦੇ ਬਾਰੇ ਖਬਰ ਪਹੁੰਚਾ ਰਹੇ ਲੋਕਾਂ ਨੂੰ, ਅਸੀਂ ਉਹਨਾਂ ਨੂੰ ਦੱਸ ਨਹੀਂ ਸਕਦੇ ਜੇ ਅਸੀਂ ਆਪਣੇ ਆਪ ਨਹੀਂ ਇਹ ਬੋਝ ਫੜਿਆ ਹੋਵੇ ਪਹਿਲਾਂ। We should be a living testimony and we have to have transparency. ਸਾਨੂੰ ਇੱਦਾਂ ਦੀ ਗਵਾਹੀ ਹੋਣੀ ਚਾਹੀਦੀ ਸਾਡੀ ਵੀ ਜਿੱਦਾਂ ਅਸੀਂ ਤੁਰਦੇ ਫਿਰਦੇ ਆ ਲੋਕ ਸਾਡੇ ਵੱਲ ਦੇਖੋਗੇ ਤਾਂ ਉਹੀ ਗਵਾਹੀ ਬਣ ਜਾਂਦੀ ਹੈ। ਸਿਰਫ ਸਾਡੇ ਵੱਲ ਦੇਖਣ 'ਚ ਹੀ, ਬੋਲਣ ਤਾਂ ਵੱਖਰਾ ਪੈ ਜਾਂਦਾ ਆ। The way we live, ਜਿੱਦਾਂ ਅਸੀਂ ਜੀਂਦੇ ਆ, the way we talk, ਜਿੱਦਾਂ ਅਸੀਂ ਬੋਲਦੇ ਆ, the way we dress, ਜਿੱਦਾਂ ਅਸੀਂ ਡਰੈਸ ਪਾਉਂਦੇ ਆ, our attitude, ਜਿੱਦਾਂ ਸਾਡਾ ਧਿਆਨ ਲੋਕਾਂ ਵੱਲ ਨੂੰ, these are all important ਤਮੀਜ਼ ਹੋਣੀ ਚਾਹੀਦੀ ਹੈ, ਚੰਗਾ ਰਹਿਣਾ ਚਾਹੀਦਾ that people will see and catch. ਜਿਹੜੇ ਲੋਕ ਸਾਨੂੰ ਦੇਖੋਗੇ ਤਾਂ ਫਿਰ ਧਿਆਨ ਦਿਓਗੇ। Relational and friendships are to be cultivated. ਰਿਸ਼ਤੇ ਤਾਂ ਦੋਸਤੀਆਂ ਜਿਹੜੀਆਂ ਆ ਉਹਨਾਂ ਨੂੰ ਚੰਗਾਈ 'ਚ ਹੌਲੀ ਹੌਲੀ ਇਕੱਠੇ ਲੈ ਕੇ ਆਉਣਾ ਚਾਹੀਦਾ ਆ। It is through friendships and through webs of relationships that we will be able to show Jesus more to people. ਜਿੱਥੇ ਅਸੀਂ ਲੋਕਾਂ ਨੇ ਰਿਸ਼ਤੇ ਪਾਏ ਆ, ਦੋਸਤੀਆਂ ਪਾਈਆਂ ਆ, ਹੌਲੀ ਲੋਕ ਯਿਸੂ ਮਸੀਹ ਸਾਡੇ ਅੰਦਰ ਦੇਖੋਗੇ। And I can give you a few examples. ਅਸੀਂ ਦੋ ਕੁ ਚੀਜ਼ਾਂ ਤੁਹਾਨੂੰ ਇਹਦੇ ਬਾਰੇ ਦੱਸਣ ਲੱਗੇ। I had a neighbor, ਮੇਰਾ ਇੱਕ ਪਾਸਟਰ ਜੌਨੀ ਦਾ ਇੱਕ ਗੁਆਂਢੀ ਸੀ, an older lady called Betty, ਉਹਦਾ ਨਾਮ ਬੈਟੀ ਸੀ, ਉਹ ਬਜ਼ੁਰਗ ਸੀ, and she was a Jewish lady. ਉਹ ਜੂ ਸੀ। And I used to just help her to drive her cat to the vet. ਜਦੋਂ ਵੀ ਉਹਦਾ ਕੁੱਤਾ ਜਾਂ ਕੋਈ ਜਾਨਵਰ ਕਿਤੇ ਲੈ ਕੇ ਹਸਪਤਾਲ ਲੈ ਕੇ ਜਾਂਦੇ ਸੀ, ਪਾਸਟਰ ਜੌਨੀ ਲੈ ਕੇ ਜਾਂਦਾ ਹੁੰਦਾ ਸੀ ਮਦਦ ਕਰਨ ਦੀ। I was not preaching to her about Jesus. ਖੈਰ ਇਹਨੇ ਪ੍ਰਚਾਰ ਨਹੀਂ ਕੀਤਾ ਯਿਸੂ ਮਸੀਹ I ਬਾਰੇ, was just helping her doing these good things. ਉਹਦੀ ਸਿਰਫ ਮਦਦ ਹੀ ਕੀਤੀ ਸੀ। At the end, when she was about to die, ਜਦੋਂ ਉਹਦੀ ਮੌਤ ਲਾਗੇ ਆ ਗਈ ਸੀ I had the opportunity to lead her to Jesus Christ. ਤਾਂ ਪਾਸਟਰ ਜੌਨੀ ਨੂੰ ਮੌਕਾ ਮਿਲਿਆ ਉਸ ਟਾਈਮ ਦੇ ਵਿੱਚ ਯਿਸੂ ਮਸੀਹ ਨੂੰ ਉਹ ਕੋਲ ਲੈ ਕੇ ਆਉਣ ਦਾ। Now, if I had to start preaching right from the beginning to her, ਪਰ ਜੇ ਸ਼ਰਾਵਤ ਪਹਿਲਾਂ ਜਦੋਂ ਉਹਨੂੰ ਮਿਲਦਾ ਹੁੰਦਾ ਉਦੋਂ ਸ਼ੁਰੂ ਕੀਤਾ ਹੁੰਦਾ probably I would have
blown it up. ਉਹਨੂੰ ਭਜਾ ਦਿੰਦਾ, ਉਹਨੇ ਗੱਲ ਨਹੀਂ ਸੁਣਨੀ ਸੀ ਉਸ ਟਾਈਮ ਤੇ। But because I was nice to her and I was showing her Jesus through my actions and my deeds, I believe God prepared her to receive the Lord when I shared with her. ਪਾਸਟਰ ਜੋਨੀ ਇਹ ਯਕੀਨ ਕਰਦੇ ਆ ਵੀ ਜੇ ਇਹਨਾਂ ਨੇ ਪਹਿਲਾਂ ਦੱਸਦਾ ਹੁੰਦਾ ਤਾਂ ਉਹਨੇ ਸੁਣਨਾ ਨਹੀਂ ਹੁੰਦਾ, ਪਰ ਸਮਾਂ ਇਹਨੇ ਧਿਆਨ ਰੱਖਿਆ, ਰੱਬ ਮੂਹਰੇ ਦੁਆ ਕੀਤੀ ਤਾਂ ਇਹਨੇ ਟਾਈਮ ਦਿੱਤਾ, ਤਾਂ ਹੌਲੀ ਹੌਲੀ ਜਦੋਂ ਉਹ ਆਈ ਆਪਣੀ ਮੌਤ ਦੇ ਸਾਹਮਣੇ, ਉਦੋਂ ਉਹਨੇ ਬਿਨੋਂ ਕਹਿਣ ਤੋਂ ਯਿਸੂ ਮਸੀਹ ਕੋ ਆ ਗਈ। ਪਰ ਜੇ ਪਾਸਟਰ ਜੋਨੀ ਨੇ ਪਹਿਲਾਂ ਕਰਦਾ ਹੁੰਦਾ ਫਿਰ ਗੱਲ ਨਹੀਂ ਉਹ ਬਣਨੀ ਸੀ। In the same way, I had another neighbor called Norman. ਇੱਕ ਹੋਰ ਗੁਆਂਢੀ ਸੀ, He ਉਹਦਾ was ਨਾਮ also ਨੋਰਮਨ, an older man, ਉਹ ਵੀ ਬਜ਼ੁਰਗ ਸੀ, and I used to visit him. ਤਾਂ ਪਾਸਟਰ ਜੋਨੀ ਉਹਨਾਂ ਨੂੰ ਜਾ ਕੇ ਮਿਲਦੇ ਹੁੰਦੇ ਸੀ, I used to do some shopping for him. ਤਾਂ ਕਦੀ ਜਾ ਕੇ ਖਾਣਾ ਪੀਣਾ ਲੈ ਆਉਂਦੇ ਸੀ। I was just trying to be the salt and the light to him. ਰੋਸ਼ਨੀ ਤੇ ਨਮਕ ਸੀ ਉਹਦੇ ਲਈ। And one day I had the opportunity to start a spiritual conversation with him. ਤਾਂ ਇੱਕ ਦਿਨ ਮੌਕਾ ਮਿਲਿਆ ਪਾਸਟਰ ਜੋਨੀ ਤੇ ਆਤਮਿਕ ਗੱਲਾਂ ਕਰਨ ਲਈ। And again, because I had already been the salt and the light and I did not push him, when I shared the gospel, he was ready to receive the Lord. ਤਾਂ ਕਿਉਂ ਕਰਕੇ ਪਹਿਲਾਂ ਨਹੀਂ ਇੰਨਾ ਜ਼ਬਰਦਸਤੀ ਪਾਸਟਰ ਜੋਨੀ ਨੇ ਕੀਤਾ ਉਹਦੇ ਨਾਲ, ਜਦੋਂ ਮੌਕਾ ਮਿਲਿਆ ਤਾਂ ਇੱਕਦਮ ਉਹਨੇ ਯਿਸੂ ਮਸੀਹ ਮੰਨ ਲਿਆ ਕਰਕੇ ਪਾਸਟਰ ਜੋਨੀ ਨੇ ਤਰੀਕੇ ਨਾਲ ਉਹਨੂੰ ਸਮਝਾਇਆ। And there is another man who I have been witnessing to. ਤਾਂ ਇੱਕ ਹੋਰ ਆ, ਤੀਸਰਾ ਬੰਦਾ ਹੁਣ ਜਿਹਨੂੰ ਪਾਸਟਰ ਜੋਨੀ ਦੱਸ ਰਹੇ ਆ। I do not preach to him. ਉਹਦੇ ਮੂਹਰੇ ਪ੍ਰਚਾਰ ਨਹੀਂ ਹੋ ਰਿਹਾ, I show love to him as a friend. ਅਸੀਂ ਉਹਨੂੰ ਸਿਰਫ ਪਿਆਰ ਕਰਦੇ ਹਾਂ ਤਾਂ ਫਰੈਂਡਸ਼ਿਪ ਰੱਖਦੇ ਹਾਂ। I take him out for a coffee. ਉਹਨੂੰ ਕਦੀ ਚਾਹ ਜਾਂ ਸੋਡਾ ਪੀਣ ਲੈ ਜਾਂਦੇ ਆ, I pay for it. ਤਾਂ ਆਪ ਪੈਸੇ ਦੇ ਦਿੰਦੇ ਆ। I take him out for lunch. ਕੇਵਲੇ ਖਾਣਾ ਪੀਣਾ ਦੁਪਹਿਰ ਦਾ, I pay for it. ਤਾਂ ਪਾਸਟਰ ਜੋਨੀ ਪੈਸੇ ਦੇ ਚੱਕਦੇ ਆ। And I had the opportunity ਤਾਂ ਇੱਕ ਮੌਕਾ ਮਿਲਿਆ ਫਿਰ, to share the gospel. ਤਾਂ ਯਿਸੂ ਮਸੀਹ ਪ੍ਰਚਾਰ ਕਰਨ ਬਾਰੇ। But he sees my life, ਪਰ ਉਹ ਪਾਸਟਰ ਜੋਨੀ ਦੀ ਜ਼ਿੰਦਗੀ ਦੇਖ ਰਿਹਾ how I am with him. ਵੀ ਇਹ ਕਿੱਦਾਂ ਉਹਦੇ ਨਾਲ, And that is very important for me, that my life reflects Jesus. ਤਾਂ ਬਹੁਤ ਜ਼ਰੂਰੀ ਆ ਵੀ ਸਾਡੀ ਜ਼ਿੰਦਗੀ ਜਿਹੜੀ ਆ ਯਿਸੂ ਮਸੀਹ ਅਸੀਂ ਲੋਕਾਂ ਨੂੰ ਦਿਖਾ ਸਕੀਏ। So this is presence evangelism, that we can show the presence of Jesus through us without preaching aggressively. ਜਿੱਦਾਂ ਹੁਣ ਇਹ ਪਾਸਟਰ ਜੀ ਕਹਿੰਦੇ ਆ, ਇਹ ਪ੍ਰੈਜ਼ੈਂਸ ਇਵੈਂਜਲਿਜ਼ਮ ਮਤਲਬ ਪ੍ਰਚਾਰ, ਲੋਕ ਸਾਡੇ ਵੱਲ ਦੇਖ ਕੇ ਜਿੱਦਾਂ ਅਸੀਂ ਰਹਿੰਦੇ ਹਾਂ, ਜਿੱਦਾਂ ਅਸੀਂ ਬੋਲਦੇ ਹਾਂ, ਜਿੱਦਾਂ ਅਸੀਂ ਹਿਲਦੇ ਹਾਂ, ਜਿੱਦਾਂ ਦੀ ਅਸੀਂ ਡਰੈਸ ਪਾਉਂਦੇ ਹਾਂ, ਲੋਕਾਂ ਨੂੰ ਸਾਡੇ ਦੇਖਣ ਤੋਂ ਹੀ ਪਤਾ ਲੱਗਣਾ ਚਾਹੀਦਾ ਵੀ ਹਾਂ ਅਸੀਂ ਯਿਸੂ ਮਸੀਹ ਦੇ ਚੇਲੇ ਹਾਂ। So we can invite people around to our homes for meals. ਤਾਂ ਕਦੀ ਅਸੀਂ ਆਪਣੇ ਘਰਾਂ ਦੇ ਵਿੱਚ ਅਣਜਾਣ ਬੰਦਿਆਂ ਨੂੰ ਵੀ ਬੁਲਾ ਸਕਦੇ We ਹਾਂ। can volunteer to do things for the community. ਅਸੀਂ ਆਪਣਾ ਹੱਥ ਚੱਕ ਸਕਦੇ ਹਾਂ ਤੇ ਕਹਿ ਸਕਦੇ ਵੀ ਅਸੀਂ ਆਪਣੇ ਲੋਕਲ ਲਈ ਆਹ ਕਰੋਗੇ। We can play sports together. ਅਸੀਂ ਹਾਕੀਆਂ ਫੁੱਟਬਾਲ ਵਗੈਰਾ ਖੇਲ ਸਕਦੇ ਹਾਂ। Beach day outs. ਤਾਂ ਸਮੁੰਦਰ ਦੇ ਇਲਾਕੇ ਇਕੱਠੇ ਹੋ ਕੇ ਜਾ ਕੇ ਨਹਾਉਣ ਜਾ ਸਕਦੇ ਹਾਂ। Invitation to watch a movie. ਜਾ ਕੇ ਸਿਨੇਮੇ ਦੇ ਵਿੱਚ ਕਿਸੇ ਨੂੰ ਕਹਿ ਦਿਓ ਵੀ ਸਾਡੇ ਨਾਲ ਆ ਜਾਓ। Christmas party. ਕ੍ਰਿਸਮਸ ਪਾਰਟੀ ਤੇ ਬੁਲਾ ਲਓ ਲੋਕਾਂ ਨੂੰ। So make our presence known to the world. ਤਾਂ ਸਾਡਾ ਹੋਸ਼ ਹੀ ਜਿਹੜੀ ਆ ਅਸੀਂ ਲੋਕਾਂ ਨੂੰ ਦੱਸੀਏ ਆਪਣੇ ਬਾਰੇ। A church building can be a witness, a silent witness to the community. ਆਪਣਾ ਗਿਰਜਾ ਇੱਥੇ ਬਣਾਉਣਾ ਹੌਲੀ ਚੁੱਪਚਾਪ ਹੀ ਅਸੀਂ ਕਰ ਸਕਦੇ ਆ, ਪਰ ਲੋਕਾਂ ਨੇ ਹੌਲੀ ਪਛਾਣੀ ਜਾਣਾ, ਦੇਖੀ ਜਾਣਾ ਤਾਂ ਆਈ ਜਾਣਾ। The cross on the building ਜਿਹੜਾ ਸਲੀਬ ਲਾਈ ਹੈ, ਕ੍ਰਾਸ ਲੱਗੀ ਹੈ will ਬਿਲਡਿੰਗ ਤੇ, preach the message in itself. ਜਿਹੜਾ ਇਹ ਕ੍ਰਾਸ ਲੱਗਾ ਆ, ਆਪ ਹੀ ਇਹਨੇ ਬਥੇਰਾ ਕੰਮ ਕਰ ਦੇਣਾ। ਲੋਕਾਂ ਨੇ ਦੂਰੋਂ ਦੇਖ ਲੈਣਾ ਵੀ ਹਾਂ ਚਰਚ ਆ। People might not walk straight away into the church, ਇੱਕਦਮ ਨਹੀਂ ਲੋਕ ਆਉਗੇ, but when they have a problem, ਜਦੋਂ ਉਹਨਾਂ ਨੂੰ ਕੋਈ ਤਕਲੀਫ ਜਾਂ ਟੈਨਸ਼ਨ ਹੋਊਗੀ they might be reminded ਫਿਰ ਉਹਨਾਂ ਨੂੰ ਯਾਦ ਆਊਗਾ that there is a church there, ਵੀ ਇੱਥੇ ਇੱਕ ਕ੍ਰਾਸ ਵਾਲਾ ਚਰਚ ਹੈਗਾ, and they will walk into the ਤਾਂ church. ਫਿਰ ਆਉਗੇ ਜਦੋਂ ਉਹਨਾਂ ਨੂੰ ਲੋੜ ਪੈਣੀ ਆ। There are so many testimonies like this, ਇਦਾਂ ਦੀਆਂ ਗਵਾਹੀਆਂ ਬਹੁਤ ਆ that the people have met Jesus in this way. ਜਿਹਨੇ ਲੋਕਾਂ ਨੇ ਯਿਸੂ ਮਸੀਹ ਨਾਲ ਮੁਕਾਬਲਾ ਕੀਤਾ, That initially they didn't want to go to church, ਪਰ ਸ਼ੁਰੂ 'ਚ ਉਹਨਾਂ ਦਾ ਜੀ ਨਹੀਂ ਕਰਦਾ ਸੀ ਚਰਚ ਜਾਣਾ, but at some point in their life when they had problems, ਪਰ ਇੱਕ ਟਾਈਮ ਆਇਆ ਜ਼ਿੰਦਗੀ ਦੇ ਵਿੱਚ that they walked into the church. ਜਿਹੜੇ ਉਹ ਆਪ ਹੀ ਆਪਣੇ ਵੱਲੋਂ ਹੀ ਚਰਚ ਆ ਗਏ। Our house can be a silent witness to Jesus. ਸਾਡਾ ਆਪਣਾ ਘਰ ਵੀ ਜਿਹੜਾ ਆ ਉਹ ਵੀ ਇੱਕ ਗਵਾਹੀ ਹੋ ਸਕਦੀ ਯਿਸੂ ਲਈ। Your car can be a witness to Jesus. ਸਾਡੀਆਂ ਗੱਡੀਆਂ ਵੀ ਇੱਕਦਮ ਗਵਾਹੀ ਹੋ ਸਕਦੀ ਹੈ ਯਿਸੂ ਮਸੀਹ ਲਈ। My brother Amit has a big cross Hallelujah. in his car. Not just that,
ਮੈਂ ਲਿਖਿਆ ਇਹ ਯਸ਼ੂ ਮਸੀਹ ਰੱਬ ਆ, ਆਪਣੇ ਵੱਡੇ ਵੱਡੇ ਅੱਖਰਾਂ ਜਿੱਦਾਂ ਪੰਜਾਬ 'ਚ ਨਹੀਂ ਲੋਕਾਂ ਨੇ ਲਿਖਾਇਆ ਹੁੰਦਾ, ਇਦਾਂ ਹੀ ਮੈਂ ਆਪਣੀ ਗੱਡੀ ਦੇ ਮਗਰ ਲਿਖਾਇਆ ਆ। Your body, what you wear, can be a witness to Jesus. ਜੋ ਆਪਣੇ ਕੱਪੜੇ ਅਸੀਂ ਪਾਉਨੇ, ਮੈਂ ਜਰਾ ਖੜ ਕੇ ਤੁਹਾਨੂੰ ਦਿਖਾਉਣਾ ਮੁੰਡਿਆਂ ਨੂੰ, ਭੈਣਾਂ ਨੂੰ। ਆਹ ਦੇਖੋ, ਆਹ ਤਾਂ ਪਿੱਛੇ ਆ ਵੀ ਲਿਖਿਆ ਆ ਵੀ ਕਿਸ ਨੂੰ ਕੋਈ ਭੁਲੇਖਾ ਨਾ ਪਵੇ ਵੀ ਆ ਰਿਹਾ ਹੈ ਯਸ਼ੂ ਮਸੀਹ। Amen. I have a small cross on my around my neck. I have a small ਪਾਸਟਰ ਜੋਨੀ cross. ਦਾ ਬਾਲਾ ਹੀ ਛੋਟਾ ਕ੍ਰੋਸ ਆ, ਪਰ ਦੇਖਿਆ ਜਾਂਦਾ ਵੈਸੇ। Hallelujah. So we can radiate the presence of God through our bodies. ਤਾਂ ਫਿਰ ਅਸੀਂ ਤੁਰਦੇ ਫਿਰਦੇ ਜਿੱਦਾਂ ਦੇ ਕੱਪੜੇ ਪਾਉਣੇ, ਜਿੱਦਾਂ ਅਸੀਂ ਹਿਲਦੇ, ਜਿੱਦਾਂ ਅਸੀਂ ਗਾਉਂਦੇ ਵੀ, ਲੋਕ ਦੇਖ ਸਕਦੇ ਅਸੀਂ ਕ੍ਰਿਸਚੀਅਨ ਆ। Most of you are working in the homes, ਤੁਸੀਂ ਕਈ ਜਿਹੜੇ ਆ ਇੱਥੇ ਘਰਾਂ ਦੇ ਵਿੱਚ ਕੰਮ ਕਰ ਰਹੇ ਆ, and you can be the salt and the light to your employer in your own situation. ਜਿਹੜੇ ਤੁਹਾਡੇ ਇੱਥੇ ਮਾਲਕ ਆ, ਜਿਨ੍ਹਾਂ ਕੋਲ ਤੁਸੀਂ ਕੰਮ ਕਰਦੇ ਆ, ਤੁਸੀਂ ਨਮਕ ਤਾਂ ਰੋਸ਼ਨੀ ਹੋ ਸਕਦੇ ਆ ਉਹਨਾਂ ਦੀ। Hallelujah. ਹਾਲੇਲੂਇਆ। We can be a witness in the community, ਅਸੀਂ ਆਪ ਉੱਥੇ ਜਾ ਕੇ ਵੀ ਇਹ ਗਵਾਹੀ ਆਪਣੀ ਦੇ ਸਕਦੇ ਆ, ਤਾਂ ਉਹਨਾਂ ਨੂੰ ਵੀ ਦੱਸ ਸਕਦੇ ਆ। especially as a church doing homeless ministry, ਜਿੱਦਾਂ ਸਾਡਾ ਚਰਚ ਆ, ਅਸੀਂ ਗਰੀਬਾਂ ਨੂੰ ਜਾ ਕੇ ਖਾਣਾ ਦਿੰਦੇ ਆ, nursing home ministries, ਤਾਂ ਬਜ਼ੁਰਗਾਂ ਦੇ ਘਰ ਦੇ ਵਿੱਚ ਧਿਆਨ ਦੇਣਾ, ਗੱਲਾਂ ਬਾਤਾਂ ਕਰਨੀਆਂ, ਟਾਈਮ ਰਹਿਣਾ, hospital ministry, prison ministry, ਜੇਲ੍ਹਾਂ ਦੇ ਵਿੱਚ, ਹਸਪਤਾਲਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਦੁਆ ਕਰਨੀ ਜਾਂ ਥੋੜੀ ਬਹੁਤੀ ਗੱਲ ਕਰਨੀ, ਟਾਈਮ ਪਾਸ ਕਰਨਾ। ministry to the youth, to the toddler groups. ਜਵਾਨਾਂ ਨੂੰ, ਤਾਂ ਜਿਹੜੇ ਨੌਜਵਾਨ ਆ, ਨਿਆਣੇ ਬਾਹਲੇ ਛੋਟੇ ਆ, ਉਹਨਾਂ ਨੂੰ ਵੀ ਸ਼ੁਰੂ 'ਚ ਹੀ ਸਮਝਾਉਣਾ ਰੱਬ ਦਾ ਵਚਨ। The same goes for policemen, nurses, doctors, teachers. ਜਿੰਨੇ ਵੀ ਬਾਹਰ ਆਮ ਜਿੰਨੇ ਵੀ ਬੰਦੇ ਤੁਹਾਨੂੰ ਮਿਲਦੇ ਆ, ਪੁਲਿਸ ਵਾਲੇ, ਟੀਚਰ ਜਿਹੜੇ ਆ, ਮਾਸਟਰ ਰਾਣੀਆਂ, ਮਾਸਟਰ, ਜਿਨ੍ਹਾਂ ਨੂੰ ਵੀ, Lawyers and professionals, ਵਕੀਲਾਂ ਨੂੰ ਵੀ, ਤਾਂ ਜਿਹੜੇ ਪਹੁੰਚੇ ਹੋਏ ਪੜ੍ਹੇ ਲਿਖੇ ਬੰਦੇ ਆ, when they live their lives obeying Jesus, ਜਦੋਂ ਉਹ ਆਪਣੀ ਜ਼ਿੰਦਗੀ ਯਿਸੂ ਮਸੀਹ ਦੀ ਗੱਲ ਸੁਣੋਗੇ, and their lifestyle reflects that, ਤਾਂ ਉਹਨਾਂ ਦੀ ਜ਼ਿੰਦਗੀ ਵੀ ਦਿਖਾਊਗੀ ਵੀ ਉਹ ਯਿਸੂ ਨੂੰ ਮੰਨਣ ਵਾਲੇ ਆ। through presence evangelism we will be able to win many people. ਤਾਂ ਇਹ ਜਿਹੜਾ ਖਾਸ ਬੋਲਿਆ ਗਿਆ ਪ੍ਰੈਜ਼ੈਂਸ ਇਵੈਂਜਲਿਜ਼ਮ, ਮਤਲਬ ਪ੍ਰਚਾਰ ਜਿਹੜਾ ਕਰਦੇ ਆ, ਇਹਦੇ ਵਿੱਚੋਂ ਹੀ ਅਸੀਂ ਕਿੰਨਿਆਂ ਨੂੰ ਬਚਾ ਸਕਦੇ We ਆ। can use social media, the internet, ਅਸੀਂ ਇੰਟਰਨੈਟ ਤਾਂ ਸੋਸ਼ਲ ਮੀਡੀਆ ਜਿੱਦਾਂ ਫੇਸਬੁੱਕ, ਟਵਿੱਟਰ ਵਗੈਰਾ, ਇਹਨਾਂ ਨੂੰ ਵੀ ਅਸੀਂ ਵਰਤ ਸਕਦੇ ਹਾਂ। to be a presence of the Lord Jesus Christ. ਤਾਂ ਇਹ ਵੀ ਇੱਕ ਤਰੀਕਾ ਆ ਯਿਸੂ ਮਸੀਹ ਬਾਰੇ, ਤਾਂ ਗਾਹਾਂ ਕਿੱਦਾਂ ਇਹ ਲੋਕਾਂ ਨੂੰ ਸਮਝਾਉਣਾ ਆ। ਸਿਰਫ ਦੇਖਣ 'ਚ ਹੀ ਲੋਕ, ਇੱਕ ਤੁਹਾਡਾ ਪੋਸਟ ਦੇਖ ਕੇ ਹੀ ਕਿਸੇ ਦਾ ਦਿਮਾਗ ਧਿਆਨ ਆ ਸਕਦਾ ਯਿਸੂ ਮਸੀਹ। Through Facebook preachings, ਫੇਸਬੁੱਕ ਦੇ ਵਿੱਚ ਵੀ ਪ੍ਰਚਾਰ ਕਰ ਸਕਦੇ ਹਾਂ। few people have come in contact with me in Cyprus, ਥੋੜ੍ਹੇ ਬੰਦਿਆਂ ਨੇ ਇੱਥੇ ਸਾਈਪਰਸ 'ਚ ਵੀ ਪਾਸਟਰ ਜੌਨੀ ਨਾਲ ਕੰਟੈਕਟ ਕੀਤਾ ਜਦੋਂ ਉਹਨਾਂ ਨੇ ਆਹ ਫੇਸਬੁੱਕ ਤੇ ਦੇਖਿਆ ਪ੍ਰਚਾਰ, and they came to know Jesus. ਤਾਂ ਉਹ ਵੀ ਹੁਣ ਯਿਸੂ ਮਸੀਹ ਦੇ ਚੇਲੇ ਆ। Hallelujah. ਹਾਲੇਲੂਇਆ। In 1 Peter 3 verses 1 to 3, ਪਤਰਸ 3:1-3 it talks about that the husbands to be more like Jesus to their believing wives. ਇਹ ਦੱਸਿਆ ਗਿਆ ਹੈ ਪਤਰਸ ਦੇ 8 ਵਚਨ ਦੇ ਵਿੱਚ ਵੀ ਸਾਨੂੰ ਕਿੱਦਾਂ ਰਹਿਣਾ ਚਾਹੀਦਾ ਸਾਡੇ ਆਪਣੇ ਬੀਵੀਆਂ ਨਾਲ, ਤਾਂ ਯਿਸੂ ਮਸੀਹ ਸਾਡੇ ਨਾਲ ਕਿੱਦਾਂ ਰਹੂਗਾ। So we don't need to preach, ਤਾਂ ਤੁਹਾਨੂੰ ਇਹ ਜ਼ਰੂਰੀ ਨਹੀਂ ਗਿਆਨ ਕਰੋ ਪ੍ਰਚਾਰ but ਕਰੋ, as people see our holy lives, ਜੇ ਜਦੋਂ ਲੋਕ ਸਾਨੂੰ ਦੇਖੋਗੇ ਜਿਹੜੇ ਸਾਡੀਆਂ ਜ਼ਿੰਦਗੀਆਂ ਪਵਿੱਤਰ ਹੋ ਗਈਆਂ ਹੁਣ, they will start thinking that these people have got something special. ਤਾਂ ਉਹ ਦੇਖੋਗੇ ਵੀ ਇਸ ਲੋਕਾਂ ਕੋ ਕੁਝ ਖਾਸ ਹੈ ਕੀ ਆ। Hallelujah. ਹਾਲੇਲੂਇਆ। Let us not forget to bless the poor people. ਸਾਨੂੰ ਯਾਦ ਨਹੀਂ ਭੁੱਲਣਾ ਚਾਹੀਦਾ ਵੀ ਅਸੀਂ ਆਸ਼ੀਸ਼ ਦੇਈਏ ਗਰੀਬਾਂ ਨੂੰ ਵੀ। It says in Proverbs 19 verse 17, ਪ੍ਰਵਰਬ 'ਚ ਲਿਖਿਆ ਆ ਕਹੂਤੇ। 19 ਕਹੂਤਾ ਦੇ ਵਿੱਚ 19:17 ਦੇ ਵਿੱਚ, whoever is kind to the poor, ਜਿਹੜਾ ਗਰੀਬਾਂ ਨੂੰ ਚੰਗਾ ਕਰੂਗਾ he lends to the Lord, ਉਹ ਰੱਬ ਨੂੰ ਆਧਾਰੀ ਦੇ ਰਿਹਾ and ਆ, he will reward them for what they have ਤਾਂ done. ਰੱਬ ਸਾਨੂੰ ਫਿਰ ਆਪ ਹੀ ਫਲ ਦੇਊਗਾ ਜਿਹੜਾ ਅਸੀਂ ਗਰੀਬਾਂ ਲਈ ਚੰਗਾ ਕੀਤਾ। Many times I take the opportunity when the homeless people are begging for money, ਕਈ ਵੇਲੇ ਮੈਂ ਮੌਕਾ ਚੱਕਦਾ ਆ ਆਪਣੇ ਆਪ ਜਦੋਂ ਗਰੀਬ ਪੈਸੇ ਮੰਗ ਰਹੇ ਹੁੰਦੇ ਆ, and then I don't give money, but I buy food for them. ਮੈਂ ਆਪ ਕਦੀ ਖਾਣਾ ਪੈਸੇ ਨਹੀਂ ਉਹਨਾਂ ਨੂੰ ਦਿੰਦਾ, ਪਰ ਖਾਣਾ ਲੈ ਕੇ ਦੇ ਦਿੰਦਾ ਉਹਨਾਂ ਨੂੰ। Through that I become a testimony, ਇਹਦੇ ਵਿੱਚੋਂ ਮੈਂ ਆਪ ਹੀ ਫਿਰ ਗਵਾਹੀ ਬਣ ਜਾਂਦਾ। and when I give the food I put a little bit of Jesus into it as well. ਤਾਂ ਜਦੋਂ ਮੈਂ ਖਾਣਾ ਉਹਨਾਂ ਨੂੰ ਦੱਸ ਦਿੰਦਾ ਆ, ਤੇ ਯਿਸੂ ਮਸੀਹ ਬਾਰੇ ਦੱਸ ਦਿੰਦਾ, ਥੋੜਾ ਬਹੁਤਾ ਯਿਸੂ ਵਿੱਚ ਖਾਣੇ 'ਚ ਪਾ ਦਿੰਦੇ ਆ। Not heavy preaching, ਇਹ ਵੱਡਾ ਪ੍ਰਚਾਰ ਨਹੀਂ, just something like Jesus loves you.
ਛੋਟਾ ਜਿਹਾ ਵੀ ਯਿਸੂ ਮਸੀਹ ਸਾਨੂੰ ਪਿਆਰ ਕਰਦਾ I'm sure the food will taste very well after ਤਾਂ that. ਖਾਣਾ ਬਹੁਤ ਮਜ਼ੇਦਾਰ ਹੋਊਗਾ। In Galatians chapter 2 verse 10, 2 ਗਲਾਸੀਆ 10 ਦੇ ਵਿੱਚ Paul writing to the Galatians, ਪੌਲਸ ਨੇ ਗਲਾਟੀਆਂ ਨੂੰ ਇੱਕ ਚਿੱਠੀ ਲਿਖੀ ਸੀ। and he said one thing you should keep in mind, ਇੱਕ ਚੀਜ਼ ਜ਼ਰੂਰ ਆਪਣੇ ਦਿਮਾਗ 'ਚ ਰੱਖੋ do not forget the poor people. ਵੀ ਗਰੀਬਾਂ ਨੂੰ ਨਾ ਭੁੱਲੋ। So whatever we can do for the poor people, ਜੋ ਮਰਜ਼ੀ ਅਸੀਂ ਗਰੀਬਾਂ ਲਈ ਕਰ ਸਕੀਏ we should do it. ਸਾਨੂੰ ਕਰਨਾ ਚਾਹੀਦਾ ਆ। Hallelujah. ਹਾਲੇਲੂਇਆ, ਪ੍ਰੇਜ਼ ਗॉड। Also looking after the orphans, the widows. ਜਿਹੜੇ ਛੱਡੇ ਹੋਏ ਆ ਜਾਂ ਛੱਡ ਛਡਾਈ ਹੋਈ ਆ ਉਹਨਾਂ ਦਾ ਧਿਆਨ ਸਾਨੂੰ ਰੱਖਣਾ ਚਾਹੀਦਾ। ਤਾਂ ਜਿਨ੍ਹਾਂ ਕੋ ਮਾਪੇ ਨਹੀਂ ਹੈਗੇ ਤੇ ਛੋਟੇ ਨਿਆਣੇ ਆ ਉਹਨਾਂ ਦਾ ਵੀ ਧਿਆਨ ਸਾਨੂੰ ਰੱਖਣਾ ਚਾਹੀਦਾ। Hallelujah. ਆਮੀਨ। We move on to the second P, ਹੁਣ ਦੂਸਰਾ ਆ ਸਾਡਾ which ਸਿਖਾਈ। is proclamation. ਇਹਦਾ ਹੈਗਾ ਆ प्रचार जैसा करने का. ਪ੍ਰਚਾਰ। So this is now coming to using the use of words. ਯੈਸ, ਇਹ ਹੁਣ ਉੱਥੇ ਆ ਗਿਆ ਜਿੱਥੇ ਵੀ ਅਸੀਂ ਲਫ਼ਜ਼ ਵਰਤੋਂਗੇ ਬੋਲਣ ਲਈ। And so the use of words are very important, ਤਾਂ ਜਿਹੜੇ ਲਫ਼ਜ਼ ਅਸੀਂ ਵਰਤੇ ਆ ਬਹੁਤ ਜ਼ਿਆਦਾ ਖਾਸ ਆ। and there is a very much room for this as a Christian. ਬਹੁਤ ਹੈ ਆ ਸਾਡੇ ਕੋਲ ਇਹ ਕੰਮ ਕਰਨ ਲਈ। Now this can be done by giving out leaflets as well. ਇਹ ਇੱਦਾਂ ਵੀ ਹੋ ਸਕਦਾ ਲੋਕਾਂ ਨੂੰ ਅਸੀਂ ਸੜਕਾਂ 'ਤੇ ਟਰੈਕ ਵੀ ਦੇ ਸਕਦੇ ਹਾਂ। It can mean preaching in open air crusades. ਇਹ ਵੱਡੇ ਖੇਤ ਦੇ ਵਿੱਚ ਖੱਤੇ ਦੇ ਵਿੱਚ ਜਾ ਕੇ 10,000 ਬੰਦੇ ਨੂੰ ਪ੍ਰਚਾਰ ਕਰਨਾ। It could mean street preaching. ਇਹ ਸੜਕਾਂ 'ਚ ਜਾ ਕੇ ਆਮ ਸੜਕਾਂ ਦੇ ਵਿੱਚ ਲੋਕਾਂ ਨੂੰ ਜਾ ਕੇ ਦੱਸਣਾ। This could mean doing dramas and dance on the streets. ਇਹ ਸੜਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਨਾਟਕ ਕਰਨਾ ਆ ਜਾਂ ਡਰਾਮਾ ਕਰਨਾ। So use of acting, gift, ਐਕਟਿੰਗ ਜਿੱਦਾਂ ਨਾਟਕ ਵਗੈਰਾ worship on the streets like we do in London. ਜਾਂ ਵਡਾਈ ਕਰਨੀ ਆ, ਬੋਲਣਾ ਹੈ ਰੱਬ ਲਈ। Preaching through television, through radio, through internet. ਪ੍ਰਚਾਰ ਕਰਨਾ ਟੈਲੀ ਦੇ ਵਿੱਚ, ਰੇਡੀਓ ਜਾਂ ਇੰਟਰਨੈਟ ਤੇ। Advertisement on buses, ਮਸ਼ਹੂਰੀਆਂ ਬੱਸਾਂ ਦੇ ਵਿੱਚ, on trains, ਟ੍ਰੇਨਾਂ 'ਚ, ferries, planes. ਪਲੇਨਸ, ਜਿੱਥੇ ਮਰਜ਼ੀ It can be in written form, ਇਹ ਲਿਖ ਕੇ ਕਰ ਸਕਦੇ ਆ audio form or video form. ਜਾਂ ਸੁਣਾਈ ਦੇ ਸਕਦੇ ਆ ਜਾਂ ਕੀ ਕਹਿੰਦੇ ਆ ਵੀਡੀਓ ਦੇਖ ਸਕਦੇ ਆ ਤੁਸੀਂ। Whatever it takes, preach it in that way. ਜੋ ਹੀ ਚਾਹੀਦਾ ਆ, ਜੋ ਹੀ ਆ ਜ਼ਰੂਰਤ ਆ, ਕਰੋ ਜ਼ੋਰ ਤੁਸੀਂ। In 2 Timothy chapter 4 verse 2, 2 ਤਿਮੋਥੀਅਸ 4:2 'ਚ it says preach the word ਇਹ ਪ੍ਰਚਾਰ ਕਰੋ in ਵਚਨ ਨੂੰ। season and out of season. ਵੀ ਸੀਜ਼ਨ ਦੇ ਵਿੱਚ ਤੇ ਸੀਜ਼ਨ ਤੋਂ ਬਾਹਰ ਵੀ, ਮਤਲਬ ਠੰਡ ਹੋਵੇ ਗਰਮੀ ਹੋਵੇ ਜੋ ਮਰਜ਼ੀ ਹੋਵੇ ਤੁਸੀਂ ਜਾ ਕੇ ਪ੍ਰਚਾਰ ਕਰੋ, ਰੱਬ ਤੁਹਾਡਾ ਸਾਥ ਦੇਊਗਾ। Mosam say na weather. ਇਹ ਮੌਸਮ ਇਜ਼ ਹੌਟ ਆਊਟ ਹੀਅਰ। Mosam. Okay. ਇਹ ਜਿਹੜਾ ਮਰਜ਼ੀ ਮੌਸਮ ਹੋਵੇ, ਮੀਂਹ ਪਈ ਜਾਵੇ, ਤੁਸੀਂ ਫੇਰ ਵੀ ਪ੍ਰਚਾਰ ਕਰਨਾ ਹੈ। Amen. So there is no time given to us that we should not be not preaching. ਸਾਨੂੰ ਕਿਤੇ ਨਹੀਂ ਦੱਸਿਆ ਗਿਆ ਜਦੋਂ ਅਸੀਂ ਨਾ ਪ੍ਰਚਾਰ ਕਰੀਏ। You might say it's cold today. ਤੁਸੀਂ ਕਹਿ ਸਕਦੇ ਵੀ ਅੱਜ ਠੰਡ ਆ, Preach the word. ਤੁਸੀਂ ਜੋ ਮਰਜ਼ੀ ਹੋਵੇ ਪ੍ਰਚਾਰ ਕਰੋ। You might say it's very hot today. ਤੁਸੀਂ ਕਹੋਗੇ ਵੀ ਅੱਜ ਗਰਮੀ ਬਹੁਤ ਆ, Preach the word. ਪ੍ਰਚਾਰ ਕਰੋ। We should be preaching the hot news. ਸਾਨੂੰ ਜੋ ਮਰਜ਼ੀ ਹੋਵੇ, ਸਾਨੂੰ ਹੁਕਮ ਆ, ਅਸੀਂ ਵਿਚਾਰ ਕਰਨਾ ਆ। We should also take advantage of preaching to other nationalities, ਸਾਨੂੰ ਫਾਇਦਾ ਉਠਾਉਣਾ ਚਾਹੀਦਾ ਵੀ ਅਸੀਂ ਹੋਰ ਮੁਲਕ ਦੇ ਲੋਕਾਂ ਨੂੰ ਵੀ ਦਸੀਏ। to all tribes and all groups. ਤਾਂ ਸਾਰੇ ਗਰੁੱਪਾਂ ਨੂੰ, ਤਾਂ ਜਿਹੜੀ ਭਾਸ਼ਾ ਵੀ ਲੋਕ ਬੋਲਦੇ ਆ ਜਾਂ ਰੰਗਦੇ ਆ, ਸਾਰਿਆਂ ਨੂੰ ਹੀ ਦੱਸੇ। But also do not forget your own type, ਤਾਂ ਸਭ ਤੋਂ ਜ਼ਰੂਰੀ ਪੰਜਾਬੀਆਂ ਨੂੰ ਨਾ ਭੁੱਲੋ। because we are a Punjabi church, ਅਸੀਂ ਪੰਜਾਬੀ ਗਿਰਜਾ ਆ। so we should be preaching more to the Punjabi people. ਹਾਲੇਲੂਇਆ, ਆਮੀਨ। ਸਾਡਾ ਜਿੱਦਾਂ ਮੈਂ ਆਪ ਆਪਣੇ ਦਿਲ ਦੇ ਵਿੱਚ ਕਹਿਣਾ ਚਾਹੁੰਦਾ, ਪਾਸਟਰ ਜੌਨੀ ਵੀ ਆ, ਮੈਂ ਆਪਣੇ ਬੰਦਿਆਂ ਨੂੰ ਬਹੁਤ ਪਿਆਰ ਕਰਦਾ ਆ। ਤਾਂ ਮੈਂ ਆਪਣੇ ਦਿਲ 'ਚ ਇਹ ਕਹਿਣਾ ਵੀ ਆਪਣੇ ਪੰਜਾਬੀਆਂ ਨੂੰ ਪਹਿਲਾਂ ਜਿਹਦੀ ਭਾਸ਼ਾ ਅਸੀਂ ਬੋਲ ਸਕਦੇ ਉਹਨਾਂ ਨੂੰ ਜਾ ਕੇ ਸੁਣਾਈਏ ਤਾਂ ਬਚਾਈਏ। ये मैंने नहीं कहा, इसने कहा. Hallelujah. Praise the Lord. Find your own method of proclamation that would be comfortable for you. ਤੁਸੀਂ ਆਪਣਾ ਇੱਕ ਇਰਾਦਾ ਲੱਭੋ ਜਿੱਥੇ ਥਾਲੇ ਸੌਖਾ ਹੋਊਗਾ ਪ੍ਰਚਾਰ ਕਰਨ ਨੂੰ। If you can go door knocking and giving a leaflet to people, do it. ਜੇ ਤੁਸੀਂ ਲੋਕਾਂ ਦੇ ਡੋਰਾਂ ਦੇ ਉੱਪਰ ਹੱਥ ਮਾਰ ਕੇ ਤਾਂ ਟਰੈਕ ਦੇ ਸਕਦੇ ਤਾਂ ਕਰੋ। If you want to phone somebody and preach to them over the phone, do it. ਜੇ ਤੁਹਾਡਾ ਇਹ ਆ ਤੁਸੀਂ ਲੋਕਾਂ ਨੂੰ ਫੋਨ ਕਰ ਸਕਦੇ ਆ, ਫਿਰ ਫੋਨ ਕਰਕੇ ਪ੍ਰਚਾਰ ਕਰੋ। You want to send messages by WhatsApp or Facebook, do it. ਜੇ WhatsApp ਜਾਂ Facebook ਦੇ ਵਿੱਚ ਤੁਹਾਨੂੰ ਡਿਜ਼ਾਈਨ ਹੈਗੇ ਆ, ਤੁਸੀਂ ਮੈਸੇਜ ਭੇਜ ਸਕਦੇ ਆ, ਡਿਜ਼ਾਈਨ ਕਰਕੇ ਲੋਕਾਂ ਨੂੰ ਕਰੋ। ਫਿਰ If you can go out on the streets and preach the word, do it. ਜੇ ਤੁਹਾਨੂੰ ਹਿੰਮਤ ਹੈਗੀ ਆ, ਸੜਕਾਂ ਤੇ ਜਾ ਸਕਦੇ ਆ ਤਾਂ ਵਚਨ ਬੋਲ ਸਕਦੇ ਆ, ਲੋਕਾਂ ਕੋ ਜਾਓ You ਕਰੋ। want to give out leaflets and ਸੜਕਾਂ ਤੇ then leaflet ਦੇਣੀ ਆ। don't preach with your mouth, do it.
ਲੀਫਲੇਟ ਦੇ ਸਕਦੇ ਤਾਂ ਆਪਣੇ ਮੂੰਹ ਨੂੰ ਤੁਹਾਨੂੰ ਥੋੜਾ ਜਿਹਾ ਸ਼ਰਮਿੰਦਾ ਹੋ ਜਾਂਦੇ ਆ ਜਾਂ ਨਹੀਂ ਕਰ ਸਕਦੇ ਟਰੈਕ ਦਿਓ ਜਾ ਕੇ So ਲੋਕਾਂ ਨੂੰ whatever method you are comfortable with, ਜਿਹੜਾ ਵੀ ਤਰੀਕਾ ਥਾਕੋ ਹੈਗਾ ਜਿੱਥੇ ਤੁਸੀਂ ਕਰ ਸਕਦੇ ਪ੍ਰਚਾਰ use that method. ਚਲਾਓ ਤਾਂ ਕਰੋ God will bless you. ਤਾਂ ਆਸ਼ੀਸ਼ ਮਿਲੂਗਾ ਰੱਬ ਤੋਂ Sometimes we go to the beach in London, we preach on the beach. ਕਈ ਵੇਲੇ ਅਸੀਂ ਸ਼ੂਬਰੀਨੈਸ ਅਸੀਂ ਸਮੁੰਦਰ ਦੇ ਇਲਾਕੇ ਜਾਂਦੇ ਆ ਤਾਂ ਸਾਨੂੰ ਮੌਕਾ ਮਿਲ ਜਾਂਦਾ ਆ ਉੱਥੇ ਅਣਜਾਣ ਬੰਦਿਆਂ ਨੂੰ ਹੀ ਅਸੀਂ ਪ੍ਰਚਾਰ ਕਰਨ ਲੱਗ ਪੈਂਦੇ Sometimes we preach in the buses. ਕਈ ਵੇਲੇ ਬੱਸਾਂ ਦੇ ਵਿੱਚ ਅਸੀਂ ਬਹਿੰਦੇ ਆ ਤਾਂ ਉੱਥੇ ਅਸੀਂ ਪ੍ਰਚਾਰ ਕਰਦੇ ਆ Sometimes we preach on the trains. ਟ੍ਰੇਨਾਂ ਦੇ ਵਿੱਚ ਵੀ ਪ੍ਰਚਾਰ ਚੱਲਦਾ Now you don't have to do that if you don't want to. ਹਾਲੇ ਨਹੀਂ ਜ਼ਰੂਰੀ ਇਹ ਜੇ ਨਹੀਂ ਕਰ ਸਕਦੇ You do what you think you will be comfortable for you. ਤੁਸੀਂ ਉਹ ਕਰੋ ਜੋ ਤੁਸੀਂ ਕੰਫਰਟੇਬਲ ਆ ਕਰਨ ਜੋਗੇ But please, you have to do it. ਪਰ ਜ਼ਰੂਰੀ ਆ ਤੁਹਾਨੂੰ ਕਰਨਾ ਪਊਗਾ And one of the beautiful things about evangelism is share your testimony. ਇਹ ਇੱਕ ਤੋਂ ਬਹੁਤ ਵਧੀਆ ਚੀਜ਼ ਆ ਆਪਣੀ ਜਿਹੜੀ ਗਵਾਹੀ ਹੁੰਦੀ ਆ ਉੱਥੇ ਤੁਸੀਂ ਸ਼ੁਰੂ ਕਰ ਸਕਦੇ ਆ You don't need to know a lot of Bible verses. ਤੁਹਾਨੂੰ ਜ਼ਰੂਰੀ ਨਹੀਂ ਵੀ ਬਾਈਬਲ ਦੇ ਵਿੱਚ ਤੁਹਾਨੂੰ ਆਹ ਵਚਨ ਜਾਣਨਾ ਹੋਵੇ ਜਾਂ ਉਹ ਵਚਨ ਜਾਣਨਾ ਹੋਵੇ ਸਿਰਫ ਆਪਣੀ ਗਵਾਹੀ ਬਹੁਤ ਆ ਸ਼ੁਰੂ ਕਰਨ ਲਈ If you know the Bible well, that's praise God. ਜੇ ਬਾਈਬਲ ਤੁਸੀਂ ਜਾਣਦੇ ਆ ਫਿਰ ਤਾਂ ਵਧੀਆ ਹੋਰ ਵੀ And we must make effort to read and to learn the Bible. ਤਾਂ ਸਾਡਾ ਇਹ ਇੱਕਦਮ ਹੁਕਮ ਆ ਵੀ ਰੱਬ ਦਾ ਵਚਨ ਅਸੀਂ ਪੱਲੇ ਪਾਈਏ ਤਾਂ ਪੜ੍ਹੀਏ ਬਾਈਬਲ ਨੂੰ But that should not be the stopping factor. ਪਰ ਇਹ ਕੀ ਕਹਿੰਦੇ ਆ ਉਹ ਚੀਜ਼ ਨਹੀਂ ਹੋਣੀ ਚਾਹੀਦੀ ਵੀ ਸਾਨੂੰ ਬਾਈਬਲ ਨਹੀਂ ਪਤਾ ਤਾਂ ਅਸੀਂ ਨਹੀਂ ਬਾਹਰ ਜਾ ਕੇ We ਪ੍ਰਚਾਰ should ਕਰ share ਸਕਦੇ our testimony. ਸਾਨੂੰ ਆਪਣੀ ਗਵਾਹੀ ਦੱਸਣੀ ਚਾਹੀਦੀ ਹੋਰਾਂ ਨੂੰ Share your testimony ਆਪਣੀ ਗਵਾਹੀ ਦੱਸੋ ਸਾਰਿਆਂ ਨੂੰ because that has the power to win many people. ਕਰਕੇ ਉਹਦੇ ਵਿੱਚ ਹਿੰਮਤ ਤੇ ਸ਼ਕਤੀ ਆ ਲੋਕਾਂ ਨੂੰ ਬਚਾਉਣ ਲਈ Hallelujah. ਹਾਲੇਲੂਇਆ The last P is in English is the persuasion. ਆਖਰੀ ਪੀ ਜਿਹੜਾ ਹੈਗਾ ਆ ਪਰਸੇਵੇਸ਼ਨ ਮਤਲਬ ਇੰਤਜ਼ਾਰ ਕਰਨਾ So we saw presence evangelism, ਵੀ ਪਹਿਲਾਂ ਅਸੀਂ ਦੇਖਿਆ ਸੀ ਪ੍ਰੈਜ਼ੈਂਸ ਇਵੈਂਜਲਿਜ਼ਮ ਮਤਲਬ ਸਾਡਾ ਬੋਡੀ ਸਾਡਾ ਅਪੀਅਰੈਂਸ hazuri ਦੇ ਨਾਲ. ਹਜ਼ੂਰੀ ਦੇ ਨਾਲ Second one we saw proclamation, ਦੂਸਰਾ ਅਸੀਂ ਦੇਖਿਆ ਸੀ ਪ੍ਰਚਾਰ ਮੈਂ ਆਪਣੇ ਮੂੰਹ ਚੋਂ ਬੋਲਣਾ a bit more aggressive. ਮੂੰਹ ਚੋਂ ਬੋਲਣਾ But the third one is persuasion. ਆਖਰੀ ਪਰਸੇਵੇਸ਼ਨ So it is not just sharing of the faith, ਇਕੱਲਾ ਧਰਮ ਬਾਰੇ ਦੱਸਣਾ ਨਹੀਂ but it is also meaning to follow up people into church life. ਇਹਦਾ ਇਹ ਮਤਲਬ ਵੀ ਜੇ ਕਿਸ ਨੂੰ ਦੱਸ ਕੇ ਵੀ ਉਹਨਾਂ ਨੂੰ ਸਮਝਾ ਕੇ ਉਹਨਾਂ ਦਾ ਸਾਥ ਦਿਓ ਉਹਨਾਂ ਨਾਲ ਗੱਲਬਾਤ ਕਰੋ ਤਾਂ ਹੌਲੀ ਹੌਲੀ ਉਹਨਾਂ ਨੂੰ ਚਰਚ ਲੈ ਕੇ ਆਓ To make them true disciples of the Lord Jesus. ਵੀ ਉਹ ਵੀ ਯਿਸੂ ਮਸੀਹ ਦੇ ਚੇਲੇ ਬਣ ਜਾਵੇ That they will be accountable to ਵੀ the leadership of ਉਹਨਾਂ the ਦਾ church. ਖਾਤਾ ਖੁੱਲਿਆ ਹੋਵੇ ਵੀ ਕੱਲ੍ਹ ਨੂੰ ਜੇ ਕੋਈ ਹੂਰਮਤ ਹੋਵੇ ਚਰਚ ਵਾਲੇ ਉਹਨਾਂ ਦਾ ਹੱਲ ਤਾਂ ਉਹਨਾਂ ਨੂੰ ਦੱਸ ਵੀ ਸਕਦੇ ਸਿੱਧੇ ਵੀ ਕਰ ਸਕਦੇ So that they can be trained, ਆ ਟ੍ਰੇਨਿੰਗ ਲੈ ਸਕਦੇ ਆ so that they can be sent. ਤਾਂ ਫਿਰ ਉਹ ਵੀ ਬਾਹਰ ਫਿਰ ਭੇਜ ਸਕਦੇ ਆ ਉਹਨਾਂ ਨੂੰ That is to be commissioned. ਵੀ ਉਹਨਾਂ ਨੂੰ ਹੁਕਮ ਮਿਲੇ ਬਾਹਰ ਜਾ ਲੋਕਾਂ ਨੂੰ ਬਚਾਉਣ It ਲਈ says in 1 Peter 3 verse 15, ਇਹ ਲਿਖਿਆ ਆ 1 ਪਤਰਸ 10:15 ਚ in your heart set Christ apart ਆਪਣੇ ਦਿਲਾਂ ਦੇ ਵਿੱਚ ਯਿਸੂ ਮਸੀਹ ਨੂੰ ਵੱਖਰਾ ਹੀ ਰੱਖੋ as Lord. ਵੀ ਇਹ ਸਾਡਾ ਪਵਿੱਤਰ ਬਾਪ Always be ready to give a defense to anyone who asks you. ਵੀ ਹਮੇਸ਼ਾ ਤਿਆਰ ਰਹੋ ਜੇ ਬਾਈ ਚਾਂਸ ਕੋਈ ਬੰਦਾ ਤੁਹਾਨੂੰ ਪੁੱਛਿਆ ਤੁਸੀਂ ਯਿਸੂ ਦਾ ਦੱਸ ਸਕਦੇ ਹੋ With gentleness, with the gentleness and with respect. ਧਿਆਨ ਨਾਲ ਤਾਂ ਪਿਆਰ ਦੇ ਨਾਲ So we should be able to defend our faith, defend what we believe. ਅਸੀਂ ਆਪਣੇ ਧਰਮ ਨੂੰ ਆਪਣੇ ਆਪ ਨੂੰ ਬਚਾ ਸਕਦੇ ਆਪਣੇ ਧਰਮ ਦੇ ਵਿੱਚ And there is also another side to this persuasion evangelism, ਇਹ ਇੱਕ ਹੋਰ ਵੀ ਤਰੀਕਾ ਹੈਗਾ ਆ ਇਸ ਇਵੈਂਜਲਿਜ਼ਮ to really persuade people to believe what we believe. ਵੀ ਅਸੀਂ ਹੌਲੀ ਹੌਲੀ ਲੋਕਾਂ ਨੂੰ ਤਿਆਰੀ ਚ ਪਾਈਏ ਯਕੀਨ ਕਰਨਾ Not ਜੋ to ਅਸੀਂ ਯਕੀਨ ਕਰਦੇ force upon them, ਹਾਂ ਜ਼ਬਰਦਸਤੀ ਨਹੀਂ ਅਸੀਂ ਕਿਸੇ ਨੂੰ ਕਹਿ ਸਕਦੇ but in wise ਵੀ ways ਹੋਸ਼ ਦੇ ਨਾਲ to make them understand that this is very ਵੀ important for their life. ਉਹ ਸਮਝ ਜਾਵੇ ਵੀ ਉਹਨਾਂ ਦੀ ਜ਼ਿੰਦਗੀ ਲਈ ਕਿੰਨਾ ਜ਼ਰੂਰੀ ਆ Acts 19 verse 8, ਵੀ ਰਸੂਲਾਂ ਦੇ ਕਿਤਾਬ ਦੇ ਵਿੱਚ 19 Paul entered the Ach. synagogue ਪੌਲਸ ਯਹੂਦੀਆਂ ਦੇ ਸਿਨਗੋਗ ਚ ਆਇਆ and speaking out boldly ਤਾਂ ਉੱਚੀ ਦਣੀ for 3 months, 3 ਮਹੀਨਿਆਂ ਲਈ ਉਹਨੇ ਬੋਲਿਆ reasoning and persuading them about the kingdom of God. ਲੋਕਾਂ ਨੂੰ ਸਮਝਾਉਂਦਾ ਤਾਂ ਦੱਸਦਾ ਪਿਆ ਸੀ ਰੱਬ ਦੇ ਸਵਰਗੀ ਥੈਂ ਬਾਰੇ So he was persuading them for 3 months about
the message of the Lord Jesus ਉਹਨਾਂ ਨੂੰ Christ. ਧਿਆਨ ਨਾਲ ਹੌਲੀ ਦਾ ਨਹੀਂ ਪਿਆਰ ਦੇ ਨਾਲ ਉਹਨਾਂ ਨੂੰ ਸਮਝਾ ਰਿਹਾ ਸੀ 3 ਮਹੀਨੇ ਵਾਲੇ ਹੌਲੀ ਹੌਲੀ ਜ਼ਬਰਦਸਤੀ ਨਹੀਂ ਕਹਿੰਦਾ ਸੀ ਪਰ ਹੌਲੀ ਹੌਲੀ ਉਹਨਾਂ ਨੂੰ ਬਾਈਬਲ ਦੇ ਵਿੱਚੋਂ ਦੱਸ ਰਿਹਾ ਸੀ ਪੁਰਾਣੇ ਵਚਨ ਦੇ ਵਿੱਚੋਂ ਪੁਰਾਣੇ ਨੇਮ ਦੇ ਵਿੱਚ ਵਚਨ ਕਈ ਬੋਲੇ ਸੀ ਜਿਹੜੇ ਯਹੂਦੀਆਂ ਨੂੰ ਫਿਰ ਸੋਚਿਆ ਸੀ ਵੀ ਹਾਂ ਯਿਸੂ ਮਸੀਹ ਉਹੀ ਆ ਜੋ ਲਿਖਿਆ ਹੋਇਆ ਉਹਦੇ ਬਾਰੇ The way I work ਤਾਂ ਜਿੱਦਾਂ ਇਹ ਪਾਸਟਰ ਜੋਨੀ ਕੰਮ ਕਰਦੇ ਆ with this persuasion, ਜਿੱਦਾਂ ਇਹ ਪਰਸਵੇਸ਼ਨ 'ਚ ਤਿਆਰੀ 'ਚ ਕਰਦੇ ਆ if I know somebody is a Christian ਜੇ ਜਾਣਦੇ ਆ ਵੀ ਸਾਹਮਣੇ ਵਾਲਾ ਮਸੀਹ ਆ and they are not in church ਤਾਂ ਉਹ ਚਰਚ ਨਹੀਂ ਆ ਰਹੇ and they are not attending church, ਤਾਂ ਚਰਚ ਉਹ ਆ ਕੇ ਕਦੀ ਨਹੀਂ ਅਟੈਂਡ ਕਰਦੇ so I work with them gently to bring them into church life. ਤਾਂ ਹੌਲੀ ਹੌਲੀ ਪਿਆਰ ਦੇ ਨਾਲ ਪਾਸਟਰ ਜੋਨੀ ਉਹਨਾਂ ਨਾਲ ਗੱਲਬਾਤ ਕਰੂੰਗੇ ਤਾਂ ਹੌਲੀ ਹੌਲੀ ਉਹਨਾਂ ਨੂੰ ਚਰਚ ਲੈ ਕੇ ਆਓਗੇ Once they start coming to church, ਜਦੋਂ ਉਹ ਸ਼ੁਰੂ ਕਰ ਦੂਗੇ ਆਉਣਾ then the next thing is for them to make commitment to be regular in church. ਤਾਂ ਫਿਰ ਉਹਨਾਂ ਦਾ ਆਪਣੇ ਆਪ 'ਚ ਮਹਿਸੂਸ ਹੁੰਦਾ ਵੀ ਅਸੀਂ ਆਈਏ ਤਾਂ ਨਾਲ ਖੜੀਏ ਆਪਣੇ ਭੈਣਾਂ ਭਰਾਵਾਂ ਨਾਲ Then the next thing that follows is to become part of the church discipleship training program. ਉਸ ਤੋਂ ਬਾਅਦ ਫਿਰ ਜਿੱਦਾਂ ਹਰੇਕ ਅਸੀਂ ਸਾਰੇ ਆ ਯਿਸੂ ਮਸੀਹ ਦੇ ਚੇਲੇ ਬਣ ਜਾਈਏ ਚਰਚ ਦੇ ਵਿੱਚ So the purpose of that also will be then they will start serving the church and they will start thinking of the call and the ministry that God has got for them. ਜਦੋਂ ਹੌਲੀ ਹੌਲੀ ਇਹ ਲੋਕ ਚਰਚ ਆਉਣ ਲੱਪੂਗੇ ਤਾਂ ਰੈਗੂਲਰ ਆ ਉਹਨਾਂ ਨੂੰ ਫਿਰ ਆਪਣੇ ਆਪ 'ਚ ਵੀ ਅਕਲ ਵੀ ਆ ਜਾਣੀ ਹੈ ਤਾਂ ਮਹਿਸੂਸ ਵੀ ਹੋਣਾ ਵੀ ਮੈਂ ਹੋਰ ਕੁਛ ਕਰਾਂ ਹੁਣ ਚਰਚ ਵਾਸਤੇ ਵੀ ਤਾਂ ਜੋ ਮੈਨੂੰ ਦੱਸਿਆ ਗਿਆ ਵਚਨ ਦੇ ਵਿੱਚ ਉਹ ਚੀਜ਼ਾਂ ਮੈਂ ਕਰਾਂ So in the house of Glory Church, you all are trained to do follow-up pastoral care, and that is persuasion evangelism in a way. ਜੋ ਤੁਸੀਂ ਇੱਥੇ ਹਾਊਸ ਆਫ ਗਲੋਰੀ ਚਰਚ ਦੇ ਵਿੱਚ ਇਸ ਵੇਲੇ ਕਰ ਰਹੇ ਆ ਲੋਕਾਂ ਨੂੰ ਪਹਿਲਾਂ ਤੁਸੀਂ ਜਾ ਕੇ ਯਿਸੂ ਮਸੀਹ ਬਾਰੇ ਦੱਸਦੇ ਆ ਤਾਂ ਹੌਲੀ ਹੌਲੀ ਉਹਨਾਂ ਦਾ ਧਿਆਨ ਰੱਖਦੇ ਆ ਫੋਨ ਕਰਦੇ ਆ ਬੁਲਾਉਂਦੇ ਆ ਚਰਚ ਦੇ ਵਿੱਚ ਬਹਿੰਦੇ ਆ ਗੱਲਬਾਤ ਕਰਦੇ ਇਹੀ ਤੁਹਾਡਾ ਪਰਸਵੇਰੈਂਸ ਆ ਇਹੀ ਤੁਹਾਡਾ ਧਿਆਨ ਰੱਖਣਾ ਆਪਣੇ ਭੈਣਾਂ ਭਰਾਵਾਂ ਦਾ ਜਿਹੜੇ ਨਵੇਂ ਆ So this is persuasion evangelism with the Christians. ਹਾਂ ਇਹ ਹੈਗਾ ਆ ਜਿੱਦਾਂ ਵੀ ਇਹ ਬੋਲਿਆ ਗਿਆ ਪਰਸਵੇਰੈਂਸ ਵੀ ਧਿਆਨ ਰੱਖਣਾ ਆਪਣੇ ਮਸੀਹਾ ਦੇ ਨਾਲ ਤਾਂ ਉਹਨਾਂ ਨੂੰ ਕਿੱਦਾਂ ਹੋਰ ਖੜੇ ਕਰਨਾ ਆ As it says in 2 Timothy chapter 2 verse 2, 2 ਤਿਮੋਥੀਅਸ ਲਿਖਿਆ ਆ 2 ਤਾਂ 2 Paul writing to Timothy. ਤਾਂ ਪੌਲਸ ਨੇ ਲਿਖਿਆ ਆ ਤਿਮੋਥੀਅਸ ਨੂੰ Timothy was a young pastor, ਤਾਂ ਤਿਮੋਥੀਅਸ ਹੀ ਜਵਾਨ ਪਾਦਰੀ ਸੀ and he said to Timothy, ਤਾਂ ਪੌਲਸ ਨੇ ਤਿਮੋਥੀਅਸ ਨੇ ਕਿਹਾ whatever you are learning, whatever I teach you, ਜੋ ਤੂੰ ਸਿੱਖ ਰਿਹਾ ਹੈ ਤਾਂ ਜੋ ਮੈਂ ਤੈਨੂੰ ਸਿਖਾ ਰਿਹਾ ਹਾਂ teach to others who will further on teach to their disciples. ਜੋ ਮੈਂ ਤੈਨੂੰ ਸਿਖਾ ਰਿਹਾ ਹਾਂ ਤੂੰ ਵੀ ਇਹ ਸਿੱਖ ਤਾਂ ਗਾਹਾਂ ਹੋਰਾਂ ਨੂੰ ਵੀ ਇਹ ਚੇਲਿਆਂ ਨੂੰ ਤੂੰ ਸਿਖਾ ਕੱਲ੍ਹ ਨੂੰ ਫਿਰ ਉਹ ਵੀ ਜਾ ਕੇ ਹੋਰਾਂ ਨੂੰ ਸਿਖਾ ਸਕੇ And so the process is actually, the end result has to be that we are trained, we are discipled, and we are sent into the things that God has got for us to do. ਅਸੀਂ ਪਹਿਲਾਂ ਇਹ ਆ ਵੀ ਅਸੀਂ ਆਪ ਟ੍ਰੇਨ ਹੋਈਏ ਫਿਰ ਹੋਰ ਟ੍ਰੇਨ ਕਰ ਸਕੀਏ ਹੋਰਾਂ ਨੂੰ ਤਾਂ ਫਿਰ ਲੋਕਾਂ ਨੂੰ ਭੇਜੀਏ ਇੱਕਦਮ ਉਹ ਕੰਮ ਕਰਨ ਲਈ ਜੋ ਰੱਬ ਨੇ ਸਾਨੂੰ ਤਿਆਰ ਕੀਤਾ ਹੋਇਆ ਕਰਨ ਲਈ Persuasion evangelism for a non-believer would be ਪਰਸੂਏਸ਼ਨ ਇਵੈਂਜਲਿਜ਼ਮ ਜਿਹੜਾ ਬੰਦਾ ਨਹੀਂ ਯਕੀਨ ਕਰਦਾ to follow them up by sending them a text message. ਇਹ ਜਿੱਦਾਂ ਹੁਣ ਕੋਈ ਮੈਨੂੰ ਜਾਣਦੇ ਆ ਲੋਕ ਜਿਹੜੇ ਨਹੀਂ ਯਕੀਨ ਕਰਦੇ ਅਸੀਂ ਉਹਨੂੰ ਹਮੇਸ਼ਾ ਹੀ ਅਸੀਂ ਯਿਸੂ ਮਸੀਹ ਬਾਰੇ ਸਿੰਪਲ ਮੈਸੇਜ ਭੇਜ ਦਿੰਦੇ ਆ ਜਾਂ ਫੋਨ ਕਰ ਲੈਂਦੇ ਆ ਮਾੜਾ ਜਿਹਾ ਅਸੀਂ ਕਹਿ ਸਕਦੇ ਪ੍ਰੇਜ਼ ਦ ਲੋਰਡ ਜੈ ਯਿਸੂ ਮਸੀਹ ਉਹਨਾਂ ਨੂੰ ਇਸ ਚੀਜ਼ ਤੋਂ ਪਤਾ ਲੱਗ ਸਕਦਾ Just my brother said just to make phone calls as well, don't translate, and also to send sometimes video clips so that their interest might be aroused. ਜਾਂ ਉਹਨਾਂ ਨੂੰ ਕੋਈ ਛੋਟੀ ਜੀ ਵੀਡੀਓ ਛੋਟੀ ਜੀ ਭੇਜ ਸਕਦੇ ਜਿੱਥੇ ਉਹਨਾਂ ਦਾ ਧਿਆਨ ਪਵੇ ਯਿਸੂ 'ਚ Salvation testimonies, mukti ki gawaiyan, ਹਾਂ short preachings. ਵੀ ਹੋਰ ਲੋਕਾਂ ਦੀਆਂ ਜਿੱਥੇ ਉਹ ਬਚ ਚੁੱਕੇ ਆ ਜਿੱਦਾਂ ਮੈਂ ਆਪਣੀ ਗਵਾਹੀ ਦੇ ਸਕਦਾ ਆ 5 ਮਿੰਟ ਦੀ ਉਹ ਕਿਸੇ ਦੇ ਧਿਆਨ 'ਚ ਪੈ ਸਕਦੀ ਆ Sometimes sending short scriptures by text ਜਾਂ message, ਵਚਨ WhatsApp, ਭੇਜ ਸਕਦੇ ਆ WhatsApp ਜਾਂ Facebook 'ਚ with the intention to continually evangelize and to persuade. ਵੀ ਇਹ ਧਿਆਨ ਅਸੀਂ ਰੱਖੀਏ ਵੀ ਜਿੱਦਾਂ ਮਰਜ਼ੀ ਹੌਲੀ ਦਣੀ ਅਸੀਂ ਕਰੀ ਜਾਈਏ ਹੌਲੀ ਹੌਲੀ ਧਿਆਨ ਦੇਈ ਜਾਈਏ ਵੀ ਧਿਆਨ ਨਾ ਹੈ ਉਹਨਾਂ ਦਾ ਛੱਡੀਏ ਜੇ ਛੱਡ ਦਿੱਤਾ ਤਾਂ ਫਿਰ ਉਹਨਾਂ ਨੇ ਰੁੱਲ ਜਾਣਾ ਆ So persuasion evangelism is also very important. ਤਾਂ ਇਹ ਬਹੁਤ ਜ਼ਰੂਰੀ ਹੈ ਪਰਸੂਏਸ਼ਨ ਇਵੈਂਜਲਿਜ਼ਮ And this is not just preach and then leave the people to die spiritually. ਇਦਾਂ ਨਹੀਂ ਵੀ ਗਿਆਨ ਦਾ ਪ੍ਰਚਾਰ ਕਰੋ
ਤਾਂ ਮਗਰੋਂ ਫਿਰ ਦੇਖੀ ਜਾਓ ਜੇ ਫੈਲਦੇ ਫੈਲੀ But ਜਾਣਗੇ। when they become part of the church ਜਦੋਂ ਇਹ ਸਾਡੇ ਚਰਚ ਬਾਰੇ ਇੱਕ ਹਿੱਸਾ ਬਣ ਜਾਂਦਾ and they become accountable to the church leadership, ਤਾਂ ਇਹਨਾਂ ਨੂੰ ਖਾਤਾ ਬਣ ਜਾਂਦਾ ਇਹਨਾਂ ਦਾ ਉੱਥੇ, then we are really doing a good job. ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਚੰਗਾ ਕੰਮ ਕਰ ਰਹੇ ਹਾਂ। So my prayer is ਸਾਡੀ ਦੁਆ ਇਹ ਆ we will use all forms of evangelism very well, ਵੀ ਅਸੀਂ ਸਾਰੇ ਤਰੀਕੇ ਅਸੀਂ ਪ੍ਰਚਾਰ ਕਰਨ ਦੇ ਰੱਖੀਏ, and we shall see God moving through our lives. ਤਾਂ ਅਸੀਂ ਪਵਿੱਤਰ ਬਾਪ ਨੂੰ ਦੇਖੋਗੇ ਆਪਣੀ ਜ਼ਿੰਦਗੀਆਂ ਦੇ ਵਿੱਚ ਹਿਲਦਾ, Our lives will be fruitful. ਵੀ ਇਹ ਸਾਡੀ ਜ਼ਿੰਦਗੀ ਵੀ ਫਲ ਦਿਓਗੇ। We will be able to share the gospel with many people. ਤਾਂ ਇਹ ਚੰਗਾ ਸੁਨੇਹਾ ਹੋਰਾਂ ਨੂੰ ਕਈ ਦੱਸ ਸਕੋਗੇ। And as we continue to do this, God will increase His anointing upon our life. ਜਿੰਨਾ ਜ਼ਿਆਦਾ ਅਸੀਂ ਇਹ ਕੰਮ ਕਰੋਗੇ ਹੋਰ ਵੀ ਰੱਬ ਸਾਡਾ ਸਾਥ ਦੇਊਗਾ ਤਾਂ ਆਸ਼ੀਸ਼ ਦੇਊਗਾ। We will be able to cast out demons. ਤਾਂ ਸ਼ੈਤਾਨੀਆਂ ਆਤਮਾ ਅਸੀਂ ਲੋਕਾਂ ਤੋਂ ਭਜਾਉਂਗੇ। We will lay hands on the sick and they shall get well. ਤਾਂ ਬਿਮਾਰਾਂ ਦੇ ਉੱਪਰ ਅਸੀਂ ਹੱਥ ਰੱਖੋਗੇ ਉਹ ਠੀਕ ਹੋ ਜਾਊਗੇ। You and I will be called the wise people. ਤਾਂ ਸਾਨੂੰ ਲੋਕ ਚੰਗੇ ਅਕਲਮੰਦ ਕਹੋਗੇ। And there will be a rich welcome for us when we go from here to meet the Lord. ਜਦੋਂ ਅਸੀਂ ਪਵਿੱਤਰ ਬਾਪ ਕੋ ਜਾਓਗੇ ਇਦਾਂ ਦੇ ਹੱਥ ਖੜੇ ਹੋਗੇ ਸਾਨੂੰ ਜੱਫੀ ਪਾਉਣ ਵਾਸਤੇ। Best thing we could do is ਤਾਂ ਸਭ ਤੋਂ ਵਧੀਆ ਚੀਜ਼ ਅਸੀਂ ਕਰ ਸਕਦੇ ਆ ਇਸ to ਵੇਲੇ share Jesus with people. ਇਸ ਤੋਂ ਸਭ ਨੂੰ ਦੱਸੀਏ ਯਿਸੂ ਮਸੀਹ So ਬਾਰੇ। the salvation that we have received, they will also receive. ਤਾਂ ਜੋ ਬਖਸ਼ ਸਾਨੂੰ ਮਿਲੀ ਆ ਉਹ ਸਾਰਿਆਂ ਨੂੰ ਮਿਲ ਜਾਵੇ। Amen. ਆਮੀਨ। I'm going to ask my brother Amit to finish with a prayer in Punjabi and to bless you so that you will be activated, motivated and encouraged to fulfill the greatest commission in Jesus' name. ਹਾਂਜੀ ਅਸੀਂ ਦੁਆ ਕਰਨਾ ਚਾਹੁੰਦੇ ਆ ਚਲੋ। ਪਵਿੱਤਰ ਬਾਪ ਦੇ ਕਹਿਣਾ ਚਾਹੁੰਦੇ ਯਿਸੂ ਮਸੀਹ ਦੇ ਨਾਂ 'ਚ ਵੀ ਸਾਰੇ ਕਲੀਸਿਆਂ ਨੂੰ ਸਾਈਪਰਸ ਦੇ ਵਿੱਚ ਹਿੰਮਤ ਤਾਕਤ ਦਿੱਤੀ ਜਾਵੇ, ਪਵਿੱਤਰ ਆਤਮਾ ਹੋਰ ਵੀ ਆਵੇ ਉਹਨਾਂ ਦੇ ਉੱਪਰ ਤੇ ਉਹ ਭਰ ਜਾਵੇ ਤੇ ਬਾਹਰ ਜਾ ਕੇ ਲੋਕਾਂ ਨੂੰ ਹੋਰਾਂ ਨੂੰ ਬਚਾਵੇ। ਜਿਹੜੇ ਨਹੀਂ ਜਾਣਦੇ ਲੋਕ ਮੈਂ ਕਹਿੰਦਾ ਇਹ ਰੱਬ ਉਹਨਾਂ ਦੇ ਦਿਲ ਤੁਸੀਂ ਖੋਲ ਦਿਓ ਤੇ ਇਹਨਾਂ ਨੂੰ ਭੇਜੋ ਜਾ ਕੇ ਜਿੱਥੇ ਇਹ ਸਾਰੇ ਉਹਨਾਂ ਨੂੰ ਜਾ ਕੇ ਬਚਾਵੇ ਦੱਸੇ ਤੇ ਯਿਸੂ ਮਸੀਹ ਦਾ ਨਾਂ ਚੱਕਿਆ ਜਾਵੇ। ਇਹ ਅਸੀਂ ਚੀਜ਼ਾਂ ਕਹਿੰਦੇ ਆ। ਤੁਸੀਂ ਸਾਰੇ ਹੁਣ ਤਿਆਰ ਹੋ ਜਾਓ ਕਰਕੇ ਵੱਡੀਆਂ ਚੀਜ਼ਾਂ ਹੋ ਰਹੀਆਂ ਤੁਹਾਡੇ ਲਈ ਤਾਂ ਤੁਸੀਂ ਜਾਓਗੇ ਬਾਹਰ ਹੋਰਾਂ ਨੂੰ ਬਚਾਓਗੇ ਤੇ ਯਿਸੂ ਮਸੀਹ ਦੇ ਨਾਂ ਵਿੱਚ ਇਹ ਸਾਰਾ ਕੁਝ ਹੋਊਗਾ। ਤੁਹਾਡੇ ਦਿਲਾਂ ਦੇ ਵਿੱਚ ਇੱਦਾਂ ਦੀ ਇੱਕ ਅੱਗ ਚੱਲੇ ਜਿਹੜੀ ਕਦੀ ਬੁਝਾ ਹੀ ਨਾ ਸਕੇ ਕੋਈ ਵੀ। ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਇਹ ਚੀਜ਼ਾਂ ਕਹਿੰਦੇ ਆ। ਕਰੋ ਜਾ ਕੇ ਬਚਾਓ ਲੋਕਾਂ ਨੂੰ। ਆਮੀਨ। Amen. Hallelujah. Just look there. Praise God. Amen.